सब सुख दाता राम है, दूसर नाहिन कोय। कहो नानक सुन रे मना, तेह सिमरत गत हो। आओ गुरु के प्यारे ਸਾਹਿਬਾਂ ਦੀ ਪਾਵਨ ਪਵਿੱਤਰ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਗੁਰੂ ਬਾਬੇ ਦੇ ਬੋਲਾਂ ਨੂੰ ਸੁਣੀਏ, ਸਮਝੀਏ। ਜੋ ਸਮਝ ਵਿੱਚ ਆਉਂਦਾ ਹੈ ਉਹਨੂੰ ਆਪਣੀ ਜ਼ਿੰਦਗੀ ਅੰਦਰ ਲਾਗੂ ਕਰਨ ਦਾ ਯਤਨ ਕਰੀਏ। ਸੁਣਿਆ, ਸਮਝਿਆ, ਸਫਲ ਤੇ ਪ੍ਰਵਾਨ ਉਦੋਂ ਹੋਣਾ ਹੈ ਜਦੋਂ ਅਸੀਂ ਉਹਨੂੰ ਆਪਣੀ ਜ਼ਿੰਦਗੀ ਦੇ ਅੰਦਰ ਲਾਗੂ ਕਰਨਾ ਹੈ। ਅਖੀਰਲਾ ਪੜਾਅ ਹੈ ਸੁਣਨ ਤੇ ਸਮਝਣ ਦਾ, ਲਾਗੂ ਕਰਨਾ। ਜਿਹੜੀ ਚੀਜ਼ ਸਾਡੀ ਜ਼ਿੰਦਗੀ 'ਚ ਲਾਗੂ ਨਾ ਹੋਵੇ ਉਹਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਘਰ ਪੜ੍ਹਨਾ, ਸੁਣਨਾ, ਸਮਝਣਾ ਨਹੀਂ ਮੰਨਦਾ। ਇਹ ਗੱਲ ਬੜੇ ਧਿਆਨ ਨਾਲ ਸਮਝਿਓ। ਜਦੋਂ ਅਸੀਂ ਸੁਣਾਂਗੇ ਧਿਆਨ ਨਾਲ ਤੇ ਸਮਝ ਵਿੱਚ ਵੀ ਆਏਗਾ। ਇੱਕ ਗੱਲ ਅਸੀਂ ਆਮ ਕਰਕੇ ਕਈ ਵਾਰ ਕਹਿੰਦੇ ਹੁੰਦੇ ਆ ਵੀ ਸਾਨੂੰ ਸਮਝ ਨਹੀਂ ਆਉਂਦਾ। ਸਮਝ ਅਸਲ ਵਿੱਚ ਉਦੋਂ ਨਹੀਂ ਆਉਂਦਾ ਜਦੋਂ ਅਸੀਂ ਧਿਆਨ ਨਾਲ ਸੁਣਦੇ ਨਹੀਂ। ਤੁਸੀਂ ਵੇਖਦੇ ਹੋ ਇੱਕ ਕਲਾਸ ਵਿੱਚ ਬੱਚੇ ਬੈਠੇ ਹੁੰਦੇ ਨੇ ਤੇ ਉਸੇ ਕਲਾਸ ਦੇ ਵਿੱਚ ਇੱਕ ਬੱਚਾ ਕਹਿ ਰਿਹਾ ਹੁੰਦਾ ਵੀ ਮੈਨੂੰ ਸਮਝ ਆ ਗਿਆ, ਇੱਕ ਕਹਿੰਦਾ ਮੈਨੂੰ ਨਹੀਂ ਸਮਝ ਆਇਆ। ਇਹਦਾ ਮਤਲਬ ਦੋ ਤਰ੍ਹਾਂ ਦੀ ਗੱਲ ਤਾਂ ਹੋਈ ਨਹੀਂ ਹੈ, ਗੱਲ ਤਾਂ ਇੱਕੋ ਹੀ ਹੋਈ ਹੈ। ਕਿਸੇ ਨੂੰ ਸਮਝ ਆ ਗਈ ਹੈ ਤੇ ਕਿਸੇ ਨੂੰ ਸਮਝ ਨਹੀਂ ਆਈ। ਇਹਦਾ ਅਰਥ ਹੈ ਜਿਹੜਾ ਸਮਝਣਾ ਚਾਹੁੰਦਾ ਸੀ ਉਹਨੇ ਸਮਝ ਲਿਆ, ਜਿਹੜਾ ਸਮਝਣਾ ਨਹੀਂ ਚਾਹੁੰਦਾ ਸੀ ਉਹਨੇ ਨਹੀਂ ਸਮਝਿਆ। ਸੋ ਸਮਝਾਇਆ ਵੀ ਉਹਨੂੰ ਜਾ ਸਕਦਾ ਜਿਹੜਾ ਸਮਝਣਾ ਚਾਹੁੰਦਾ ਹੋਵੇ। ਜਿਹੜਾ ਸਮਝਣਾ ਚਾਹੁੰਦਾ ਨਾ ਹੋਵੇ ਉਹਨੂੰ ਤੁਸੀਂ ਸਮਝਾ ਨਹੀਂ ਸਕਦੇ। ਲੱਖ ਜ਼ੋਰ ਲਾ ਲਓ। ਸੌਖੀ ਐਗਜ਼ਾਮਪਲ ਦੇ ਦਿਆਂ, ਗੁਰੂ ਨਾਨਕ ਸਾਹਿਬ ਜੀ ਤੋਂ ਵਧੀਆ ਸਮਝਾਉਣ ਵਾਲਾ ਦੁਨੀਆ ਤੇ ਨਾ ਕੋਈ ਪੈਦਾ ਹੋਇਆ ਤੇ ਨਾ ਕਿਸੇ ਨੇ ਹੋਣਾ, ਹੋ ਹੀ ਨਹੀਂ ਸਕਦਾ। ਬਾਬੇ ਨਾਨਕ ਜੀ ਵਰਗਾ ਨਾ ਕੋਈ ਹੋਇਆ ਹੈ ਤੇ ਨਾ ਕਿਸੇ ਨੇ ਹੋਣਾ ਹੈ। ਪਰ ਜੇ ਸ੍ਰੀ ਚੰਦ ਨੇ ਨਹੀਂ ਸਮਝਣਾ ਤੇ ਉਹਨੇ ਬਾਬੇ ਨਾਨਕ ਤੋਂ ਵੀ, ਹੋਰ ਤੁਸੀਂ ਦੱਸੋ ਵਧੀਆ ਕੌਣ ਸਮਝਾ ਸਕਦਾ? ਇਹਦਾ ਮਤਲਬ ਹੈ ਸਮਝਣ ਵਾਲੇ ਤੇ ਵੀ ਨਿਰਭਰ ਕਰਦਾ ਵੀ ਉਹ ਸਮਝਣਾ ਚਾਹੁੰਦਾ ਕਿ ਨਹੀਂ। ਤੇ ਜਿੱਦਣ ਅਸੀਂ ਸਮਝਣਾ ਚਾਹਾਂਗੇ ਨਾ ਉਦਣ ਹਰ ਗੱਲ ਸਾਡੀ ਸਮਝ ਵਿੱਚ ਆਏਗੀ। ਤੁਸੀਂ ਧਿਆਨ ਨਾਲ ਸਮਝਣ ਦਾ ਯਤਨ ਕਰੋ, ਕੋਸ਼ਿਸ਼ ਕਰੋ ਇਕਾਗਰ ਚਿੱਤ ਹੋਈਏ। ਇੱਕ ਬੇਨਤੀ ਹੋਰ ਆਪ ਜੀ ਦੇ ਚਰਨਾਂ 'ਚ, ਆਪ ਜੀ ਦੇ ਨਗਰ ਦੇ ਪ੍ਰਬੰਧਕ ਸੂਝਵਾਨ ਨੇ। ਮੈਂ ਛੇਤੀ ਕਰਕੇ ਐਵੇਂ ਕਿਸੇ ਦੀ ਤਾਰੀਫ ਨਹੀਂ ਕਰਦਾ ਹੁੰਦਾ, ਇਹ ਤਾਰੀਫ ਨਹੀਂ ਹੈ, ਹਕੀਕਤ ਹੈ। ਅਸੀਂ ਬੈਠੇ ਵੀ ਗੱਲ ਕਰਦੇ ਸੀ ਵੀ ਆਮ ਕਰਕੇ ਸਾਡਾ ਜਿਹੜਾ ਸਮਾਗਮ ਕਰਨ ਦਾ ਤਰੀਕਾ ਹੈ ਉਹ ਇਹ ਹੈ ਵੀ ਅਸੀਂ ਇੱਕ ਦਿਨ ਸਾਲ ਵਿੱਚ ਚੁਣ ਲੈਂਦੇ ਹਾਂ ਤੇ ਸਾਰਾ ਜ਼ੋਰ ਇੱਕੋ ਦਿਨ ਹੀ ਲਾ ਦਿੰਦੇ ਹਾਂ। ਸਵੇਰ ਤੋਂ ਸ਼ਾਮਾਂ ਤੱਕ ਢਾਡੀ, ਰਾਗੀ, ਕਥਾਵਾਚਕ ਸਾਰੇ ਸੱਦ ਕੇ, ਤੇ ਉਸ ਵੇਲੇ ਸਮਝਣ ਦਾ ਤੇ ਕਿਸੇ ਦਾ ਵੀ ਮਾਹੌਲ ਬਣਦਾ ਹੀ ਨਹੀਂ ਨਾ। ਫਿਰ ਤੁਸੀਂ ਵਧਾਈ ਦੇ ਪਾਤਰ ਹੋ ਵੀ ਬੜਾ ਥੋੜਾ ਜਿਹਾ ਸਮਾਂ ਰੱਖ ਕੇ ਤੁਸੀਂ ਅੱਜ 7ਵਾਂ ਦਿਨ ਹੈ ਔਰ ਇਹ ਅਜੇ ਅੱਗੇ ਪ੍ਰਵਾਹ ਚੱਲਣਾ ਹੈ। ਪਰ ਤੁਸੀਂ ਇਹ ਥੋੜੇ ਜਿਹੇ ਸਮਾਗਮ ਵਿੱਚ ਵੀ ਥੱਕੇ ਜੇ ਫੀਲ ਨਾ ਕਰਿਆ ਕਰੋ। ਕਈ ਬੰਦੇ ਮੈਨੂੰ ਥੱਕੇ ਜਿਹੇ ਲੱਗਦੇ ਨੇ। ਹੋ ਸਕਦਾ ਅੱਜ ਤੁਸੀਂ, ਕਿਉਂਕਿ ਦਿਨੇ ਵੀ ਹਾਜ਼ਰੀਆਂ ਭਰੀਆਂ ਹੋਣੀਆਂ ਨੇ, ਥੱਕੇ ਦਾ ਮਤਲਬ ਹੁੰਦਾ ਸਹਾਰੇ ਜਿਹੇ ਲੱਭਦੇ ਫਿਰਦੇ ਨੇ, ਸਹਾਰੇ ਜਿਹੇ। ਸਮਝ ਗਏ ਹੋਵੋਗੇ ਗੱਲ? ਸਹਾਰੇ ਨਹੀਂ, ਆਪਣੇ ਸਹਾਰੇ ਬੈਠੀ।
ਤਾਂ ਕਿ ਅਸੀਂ ਅਲਰਟ ਹੋ ਕੇ, ਜਿਹੜਾ ਜਦੋਂ ਕਿਸੇ ਵਿਦਿਆਰਥੀ ਨੂੰ ਸੰਬੋਧਨ ਕਰਦਾ ਹੈ ਨਾ ਟੀਚਰ, ਤੇ ਉਹ ਸਭ ਤੋਂ ਪਹਿਲਾਂ ਅਲਰਟ ਹੁੰਦਾ, ਤਾਂ ਹੀ ਸਮਝ ਆਏਗੀ ਨਾ ਗੱਲ। ਸੋ ਅਲਰਟ ਜੇ ਹੋ ਕੇ ਤੂੰ ਪੂਰੇ ਤਰੋ ਤਾਜ਼ਾ ਜੇ ਹੋ ਕੇ, ਐਕਟਿਵ ਜੇ ਹੋ ਕੇ ਬੈਠਿਆ ਕਰੋ, ਤਾਂ ਕਿ ਸਾਨੂੰ ਵੀ ਇੱਦਾਂ ਉਤਸ਼ਾਹ ਮਿਲੇ, ਤੁਹਾਨੂੰ ਵੀ ਮਿਲੇ, ਤੇ ਤੁਹਾਡੇ ਪ੍ਰਬੰਧਕਾਂ ਨੂੰ ਵੀ ਲੱਗੇ ਵੀ ਅਸੀਂ ਸਾਰੇ ਸਹੀ ਦਿਸ਼ਾ ਵਿੱਚ ਜਾ ਰਹੇ ਹਾਂ, ਸੋਹਣਾ ਸਾਡਾ ਇਹ ਕਾਰਜ ਚੱਲ ਰਿਹਾ। ਕੋਸ਼ਿਸ਼ ਕਰੋ ਅਸੀਂ ਬੜੇ ਪਿਆਰ ਨਾਲ ਗੁਰੂ ਚਰਨਾਂ 'ਚ ਹਾਜ਼ਰ ਹੋਈਏ। ਸੋ ਆਓ ਬਾਣੀ ਦੇ ਬੋਲ ਪੜ੍ਹਦੇ ਆ, ਫਿਰ ਆਪਾਂ ਸਾਰੇ ਵਿਚਾਰ ਨਾਲ ਜੁੜਾਂਗੇ। ਮੈਂ ਇੱਕ ਬੇਨਤੀ ਕੀਤੀ ਸੀ, ਸੁਣਿਆ ਕਰੋ ਧਿਆਨ ਨਾਲ, ਪੂਰੇ ਕੇਂਦਰਿਤ ਹੋਇਆ ਕਰੋ। ਜਪਜੀ ਸਾਹਿਬ ਦਾ ਪਾਠ ਅਸੀਂ ਪੜ੍ਹ ਰਹੇ ਹੁੰਦੇ ਹਾਂ, ਪਰ ਅਸੀਂ ਸੁਣ ਨਹੀਂ ਰਹੇ ਹੁੰਦੇ। ਆਪ ਵੀ ਪੜ੍ਹ ਰਹੇ ਹੁੰਦੇ ਹਾਂ ਤੇ ਆਪਣਾ ਪੜ੍ਹਿਆ ਵੀ ਆਪ ਨਹੀਂ ਸੁਣ ਰਹੇ ਹੁੰਦੇ। ਵਾਪਰਦਾ ਏਦਾਂ। ਜੇ ਅਸੀਂ ਜਪਜੀ ਆਪ ਪੜ੍ਹਦੇ ਧਿਆਨ ਨਾਲ ਸੁਣਦੇ ਹੋਈਏ ਤੇ ਫਿਰ ਏਦਾਂ ਸੁਣੀਏ ਵੀ ਮਹਾਰਾਜ ਕਹਿ ਰਹੇ ਨੇ, ਤੀਰਥ ਨਾਵਾਂ ਜੇ ਤਿਸ ਪਾਵਾਂ। ਤੀਰਥ ਤੇ ਤਾਂ ਹੀ ਨਾਵਾਂ ਜੇ ਤੈਨੂੰ ਚੰਗਾ ਲੱਗਾ। ਦੇਖੋ ਕਿੱਡੀ ਪਿਆਰੀ ਗੱਲ ਕਹੀ ਮਹਾਰਾਜ ਨੇ, ਤੇ ਰੋਜ਼ ਹੀ ਕਹੀ। ਮਹਾਰਾਜ ਕਹਿੰਦੇ ਕਿਸੇ ਖਾਸ ਥਾਂ ਤੇ ਜਾ ਕੇ ਨਹਾਵਾਂ ਤੇ ਤਾਂ ਹੀ ਜੇ ਤੈਨੂੰ ਚੰਗਾ ਲੱਗਾ। ਵਿਣ ਭਾਣੇ, ਜੇ ਤੈਨੂੰ ਭਾਉਣਾ ਹੀ ਨਹੀਂ ਕਿ ਨਹਾਏ ਕਰੀ, ਮੇਰੇ ਨਹਾਉਣ ਨਾਲ ਕੀ ਹੋ ਜਾਏਗਾ। ਕਿੱਡੀ ਪਿਆਰੀ ਗੱਲ ਹੈ। ਇੱਕ ਵਾਕ ਹੈ ਬਸ। ਮਹਾਰਾਜ ਕਹਿੰਦੇ ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕਿ ਨਹਾਏ ਕਰੀ। ਜੇ ਭਾਉਂਦਾ ਹੀ ਨਹੀਂ ਤੈਨੂੰ ਤੇ ਨਹਾਉਣ ਦਾ ਕੀ ਫਾਇਦਾ। ਹੁਣ ਮੈਨੂੰ ਦੱਸਿਓ, ਜਿੰਨੇ ਨਹਾ ਰਹੇ ਨੇ ਭਾ ਰਹੇ ਨੇ ਗੁਰੂ? ਨਹੀਂ, ਨਹਾ ਹੀ ਰਹੇ ਨੇ ਬਸ। ਜਿੰਨੇ ਤੀਰਥਾਂ ਤੇ ਜਾ ਰਹੇ ਨੇ ਗੁਰੂ ਨੂੰ ਭਾ ਰਹੇ ਨੇ। ਜੇ ਸਾਰੇ ਤੀਰਥਾਂ ਤੇ ਜਾਣ ਵਾਲੇ ਗੁਰੂ ਨੂੰ ਭਾ ਰਹੇ ਨੇ, ਫਿਰ ਇਹ ਪੰਜਾਬ ਅੱਜ ਉਹ ਪੰਜਾਬ ਕਿਉਂ ਨਹੀਂ ਹੈ ਜਿਹੜਾ ਗੁਰਾਂ ਨੇ ਬਣਾਇਆ ਸੀ। ਇਹਦਾ ਮਤਲਬ ਹੈ ਸੁਣ ਹੀ ਨਹੀਂ ਰਹੇ ਅਸੀਂ। ਚਲੋ ਇਹ ਵੀ ਛੱਡ ਦਿਓ, ਹਾਲਾਂਕਿ ਮੈਂ ਜਪਜੀ ਸਾਹਿਬ ਤੋਂ ਗੱਲ ਕਰ ਰਿਹਾ। ਸੁਣਿਆ ਕਰੋ ਧਿਆਨ ਨਾਲ। ਮਹਾਰਾਜ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੇ। ਹੁਣ ਵੇਖੋ ਕਿੱਡੀ ਪਿਆਰੀ। ਮਹਾਰਾਜ ਕਹਿੰਦੇ ਆਪਣੇ ਕਰਮਾਂ ਕਰਕੇ ਕੋਈ ਗੁਰੂ ਦੇ ਲਾਗੇ ਹੋ ਜਾਂਦਾ ਹੈ ਤੇ ਕੋਈ ਗੁਰੂ ਦੇ ਦੂਰ ਹੋ ਜਾਂਦਾ। ਕਿਹਦੇ ਕਰਕੇ ਹੁੰਦਾ ਹੈ? ਆਪਣੇ ਕੰਮਾਂ ਕਰਕੇ। ਤੇ ਅਸੀਂ ਕੀ ਕਹਿ ਰਹੇ ਹਾਂ? ਸਾਨੂੰ ਗੁਰੂ ਸਾਹਿਬ ਜੀ ਨੇ ਪਤਾ ਨਹੀਂ ਕਿਉਂ ਆਪਣੇ ਤੋਂ, ਬੋਲੋ ਗੱਜ ਕੇ, ਕਿਉਂ ਆਪਣੇ ਤੋਂ ਹੱਦ ਹੋ ਗਈ। ਗੁਰੂ ਕਿਉਂ ਦੂਰ ਕਰੇਗਾ? ਕੋਈ ਟੀਚਰ ਚਾਹੁੰਦਾ ਹੁੰਦਾ ਵੀ ਉਹਦੇ ਵਿਦਿਆਰਥੀ ਫੇਲ ਹੋਣ, ਕਿਉਂ ਚਾਹੇਗਾ? ਕੋਈ ਮਾਂ-ਬਾਪ ਚਾਹੁੰਦਾ ਹੁੰਦਾ ਵੀ ਉਹਦੇ ਬੱਚੇ ਨਲਾਇਕ ਨਿਕਲ, ਕੋਈ ਨਹੀਂ ਚਾਹੁੰਦਾ। ਤੇ ਮੈਂ ਕਈ ਵਾਰ ਉਦਾਹਰਣ ਦਿੰਦਾ ਹੁੰਦਾ ਵੀ ਦੁਨੀਆ ਦੇ ਅੰਦਰ ਇਕੱਲੇ ਮਾਂ-ਬਾਪ ਹੀ ਨੇ ਜਿਹੜੇ ਹਮੇਸ਼ਾ ਆਪਣੇ ਬੱਚਿਆਂ ਨੂੰ ਆਪਣੇ ਤੋਂ ਅੱਗੇ ਵਧਾਉਣਾ ਚਾਹੁੰਦੇ, ਆਪਣੇ ਤੋਂ ਵੀ ਅੱਗੇ ਲੰਘਾਉਣਾ ਚਾਹੁੰਦੇ। ਬੰਦੇ ਨੂੰ ਪ੍ਰੋਬਲਮ ਹੋ ਜਾਂਦੀ ਹੈ ਜਦੋਂ ਕੋਈ ਆਪਣੇ ਤੋਂ ਅੱਗੇ ਲੰਘਦਾ ਹੈ, ਤੇ ਚਾਅ ਉਦਣ ਚੜ੍ਹਦਾ ਜਿੱਦਣ ਆਪਣੀ ਔਲਾਦ ਆਪਣੇ ਤੋਂ ਅੱਗੇ ਲੰਘਦੀ ਹੈ। ਮਾਣ ਫੀਲ ਕਰਦਾ ਉਦਣ ਬੰਦਾ। ਇਹ ਦੁਨਿਆਵੀ ਮਾਂ-ਬਾਪ ਹੈ। ਤੇ ਗੁਰੂ ਸਾਹਿਬ ਵੀ ਇਹ ਸੋਚਦੇ ਹੋਣਗੇ ਵੀ ਮੇਰੇ ਬੱਚੇ ਹੌਲੀ ਹੌਲੀ ਮੇਰੇ ਤੋਂ ਵੀ, ਬੋਲੋ ਗੱਜ ਕੇ, ਅੱਗੇ ਲੰਘ ਜਾਣ, ਸਵਾਦ ਆ ਜਾਏ ਜ਼ਿੰਦਗੀ ਜੀਣ ਦਾ। ਪਰ ਗੁਰੂ ਨਾਨਕ ਦੇ ਬੱਚੇ ਅੱਗੇ ਲੰਘ ਰਹੇ ਨੇ ਕਿ ਹੌਲੀ ਹੌਲੀ? ਕਿਉਂ ਹੋ ਰਹੇ ਨੇ? ਕਿਉਂਕਿ ਸੁਣ ਨਹੀਂ ਰਹੇ। ਸਵਾਲ ਸੁਣਨ ਦਾ ਹੈ। ਇਸ ਕਰਕੇ ਕੇਂਦਰਿਤ ਹੋ ਕੇ ਧਿਆਨ ਨਾਲ ਮਨੋਬਿਰਤੀਆਂ ਨੂੰ ਟਿਕਾ ਕੇ ਸੁਣਿਆ ਕਰੋ ਗੱਲ ਨੂੰ ਧਿਆਨ ਨਾਲ। ਤੇ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੀ ਕਹਿੰਦੇ ਨੇ? ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ, ਕਹੋ ਨਾਨਕ ਸੁਨ ਰੇ ਮਨਾ। ਤਿਹ ਸਿਮਰਤ ਗਤ ਹੋਏ,
महाराज कहते सारिया सुखां दा दाता राम है। औंकड़ है मम्मे नूं, जिहदा अर्थ है रब। बाणी च राम शब्द दो अर्थां च आए। एक राम है रोवै राम निकाला पाया, इत्थे भी राम है। एक राम है जिहड़ा असीं पढ़ रहे हैं, एक राम है राम राम करता सब जग फिरे। हुण बाणी तां ध्यान नाल पढ़नी है क्योंकि राम शब्द आए तो असीं किते कन्फ्यूज ना हो जाइए भी ये अर्थ की होणगे। जदों ध्यान नाल पढ़ोगे सुनोगे तो समझ लग जाएगी भी गल की चल रही है। महाराज कहते सारियां सुखां दा दाता राम है। ते नाल महाराज ने कहा भी भुलेखा ना लग जाए किते इन्हां नूं दूसर ना हिन कोए। ते फिर जिवें बच्चे नूं आवाज़ मारी दी है, महाराज कहते कहो नानक सुन रे मना तेह सिमरत गत होए। फिर बंदा कई बार कहता भी आ चीज़ मेरे कोल नहीं है, मैं तां नहीं रब याद करदा। ते गुरु साहब ने पता की कहा, तन धन संपै सुख दियो अरजह नीके ताम कहो नानक सुन रे मना सिमरत काहे न राम। तन धन जेह तो को दियो तास्यो नेह न कीन कहो नानक नर बावरे अब क्यों डोलत दीन। सारे करियो कृपा हुण एक बार सारियां दी आवाज आवे। कहो नानक सुन रे मना तेह सिमरत गत होए। कहो नानक सुन रे मना तेह सिमरत। ते फिर की क्या आखिर ते कहो नानक नर बावरे अब क्यों डोलत दीन। गज के कहो नानक नर बावरे अब क्यों। दीन दुनी दे मालक हलत पलत सवार देनहार सच्चे पातशाह जी दे पावन पवित्र गोद अंदर सुभाएमान गुरु के प्यार वालियो अदब सहित आप जी 7वें रोज़ दे गुरमत समागम दे विच हाज़रियां भर रहे हो, एकाग्र चित होके बैठे हो। असीं ढाडी वीरां पासों इतिहास नाल सांझ बना रहे सां। चंद घड़ियां धन गुरु तेग बहादुर पातशाह जी के जीवन बाणी के फलसफे तो इतिहास तो जाणू होईए, रल मिल के असीं अपनी गल कर सकीए। विचार आरंभण तो पहला गुरु बख्शिश दोहराओ कोई भी रसना फतेह तो वांझी ना रहे। गज के आखो वाहिगुरू जी का खालसा वाहिगुरू जी की फतेह। 3 श्लोक भोग वाले श्लोकां चों मैं सौखा कह लेना, भोग वाले श्लोकां चों याद ने इदां आपां। वैसे मैं बड़ी बार कहना हुन्ना भी भोग वाले श्लोक भी सानू ये नहीं याद भी उहदे च महाराज ने कहा की है। सानू इन्ना पता है भी वो 2 बाबे पढ़ते हुंदे ने जदों तो उदों भोग वाले श्लोक हुंदे ने। साडा आइडिया जिहा इदां हुंदा है, अंदाजा असीं इदां लाउने आ भी जदों 2 बाबे पढ़न लग जाण ते इहदा मतलब है भी हुण भोग पैण वाला। जदों इदां दी ट्यून जी आवे ना गुण गोबिंद गायो नहीं, फिर आपां हिसाब जिहा लाउने भी हुण महाराज दी समाप्ति। उन्हां विचों मैं 3 श्लोक तुहाडे सन्मुख पढ़े ने। गुरु तेग बहादुर पातशाह जी गुरु हरगोबिंद पातशाह जी दे साहिबजादे ने। गुरु हरगोबिंद पातशाह जी 6वें पातशाह जी ने ते गुरु तेग बहादुर पातशाह जी 9वें पातशाह जी ने। गुरु हरगोबिंद पातशाह जी तो बाद इस गुरता गद्दी की जिम्मेवारी हर राय पातशाह जी ने निभाई 7वें थां ते। 8वें थां ते गुरु हरकिशन पातशाह जी ने यह जिम्मेवारी निभाई ते हरकिशन पातशाह जी तो यह जिम्मेवारी फिर रिश्ते विच लगदे अपने दादा जी कोल वापस आ गई, क्योंकि ये परिवार है आपस में। एक तुसीं ध्यान नाल जदों वेखोगे गुरु तेग बहादुर पातशाह जी दे कोल जदों ये जिम्मेवारी आई
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਜੀ ਤੋਂ ਬਾਅਦ ਜੇ ਪੰਜਾਬ ਤੋਂ ਬਾਅਦ ਵੱਡੇ ਪੱਧਰ ਤੇ ਜਿਨ੍ਹਾਂ ਨੇ ਪ੍ਰਚਾਰ ਫੇਰੀਆਂ ਆਰੰਭੀਆਂ ਨੇ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਹਾਲਾਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਤਿਹਾਸ ਜਦੋਂ ਪੜ੍ਹੋਗੇ ਤਾਂ ਤੁਹਾਡੇ ਧਿਆਨ ਵਿੱਚ ਇੱਕ ਸ਼ਬਦ ਆਏਗਾ 22 ਮੰਜੀਆਂ। ਤੁਸੀਂ ਗੋਇੰਦਵਾਲ ਸਾਹਿਬ ਜਾਓਗੇ ਨਾ ਤੇ ਉਹਨੂੰ ਕਈ ਵਾਰ ਅਸੀਂ 22 ਮੰਜੀਆਂ ਗੋਇੰਦਵਾਲ ਸਿੱਖੀ ਦਾ ਧੁਰਾ ਕਹਿੰਦੇ ਹਾਂ। ਤੇ ਅਸੀਂ ਹਾਲਾਂਕਿ ਸਿੱਖੀ ਦਾ ਧੁਰਾ ਜਦੋਂ ਉਹਨੂੰ ਕਹਿੰਦੇ ਆ 22 ਮੰਜੀਆਂ ਕਹਿੰਦੇ ਆ ਤਾਂ ਉਹਦਾ ਜਿਹੜਾ ਪੱਖ ਹੈ ਉਹਦਾ ਮਤਲਬ ਹੈ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਵੇਲੇ ਭਾਰਤ ਦਾ ਸ਼ਾਸਕ ਹੈ ਜਿਹੜਾ ਉਹ ਹੈ ਅਕਬਰ ਬਾਦਸ਼ਾਹ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਬਾਬਰ ਹੈ। ਅਕਬਰ ਪਾਤਸ਼ਾਹ ਜਿਹੜਾ ਗੁਰੂ ਨਾਨਕ ਦੇ ਵੇਲੇ ਬਾਬਰ ਹੈ ਉਹਨੇ ਸਿੱਧੀ ਟੱਕਰ ਲਈ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਲ ਤੇ ਅਖੀਰ ਬਾਬਰ ਨੂੰ ਨਿਉਣਾ ਪਿਆ। ਇਹ ਬਾਣੀ 'ਚ ਸ਼ਬਦ ਪੜ੍ਹਦੇ ਹੋ ਬਾਬਰ ਬਾਣੀ ਫਿਰ ਗਈ। ਸਮਾਂ ਨਹੀਂ ਮੈਂ ਉਹਦੇ ਡਿਟੇਲ 'ਚ ਜਾ ਸਕਾਂ ਵੀ ਉਹ ਪੂਰੀ ਕਹਾਣੀ ਨੂੰ ਆਪਾਂ ਸਮਝੀਏ। ਯਾਨੀ ਕਿ ਜਿਹੜਾ ਬਾਬਰ ਵਾਲਾ ਦੌਰ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਸ ਦੌਰ ਨੂੰ ਬਦਲਤਾ। ਬਾਬੇ ਨਾਨਕ ਦੇ ਰਬਾਬ ਵਿੱਚੋਂ ਨਿਕਲਦੀਆਂ ਉਹਨਾਂ ਸੁਰਾਂ ਨੇ ਉਹਨਾਂ ਸਾਜ਼ਾਂ ਨੇ ਬਾਬਰ ਦੀ ਹੈਂਕੜ ਭੰਨ ਦਿੱਤੀ। ਅਕਬਰ ਬਾਦਸ਼ਾਹ ਇਸ ਘਰ ਪ੍ਰਤੀ ਧਿਆਨ ਨਾਲ ਨੇੜਿਓਂ ਜਾਣਨ ਲੱਗਾ। ਉਹਨੂੰ ਲੱਗਿਆ ਵੀ ਕਮਾਲ ਹੈ, ਇੱਕ ਫਕੀਰ ਜਿਹਾ ਬੰਦਾ ਜਿਹਦੇ ਕੋਲ ਕੋਈ ਤਖਤੋ ਤਾਜ ਨਹੀਂ, ਕੋਈ ਫੌਜ ਨਹੀਂ, ਕੋਈ ਉਹ ਬਾਦਸ਼ਾਹ ਨਹੀਂ, ਕੋਈ ਲਾਹੋ ਲਸ਼ਕਰ ਨਹੀਂ ਤੇ ਬਾਬਰ ਦੇ ਸਾਹਮਣੇ ਮੱਥਾ ਲਾ ਗਿਆ, ਉਹ ਕੌਣ ਹੋਏਗਾ? ਸੁਭਾਵਿਕ ਗੱਲ ਹੈ ਨਾ ਸਾਡਾ ਮਤਲਬ ਏਦਾਂ ਸਾਡੇ ਮਨ 'ਚ ਕਰੇਜ ਪੈਦਾ ਹੋ ਜਾਂਦਾ ਵੀ ਜਿਹੜੇ ਬੰਦੇ ਨੇ ਇਹਨਾਂ ਨਾਲ ਮੱਥਾ ਲਾ ਲਿਆ। ਜਿਵੇਂ ਅੱਜ ਦੇ ਦੌਰ ਵਿੱਚ ਅਸੀਂ ਕਹਿੰਦੇ ਆ ਵੀ ਬਾਬੇ ਕਿਆ ਨੇ ਬਾਬਰ ਕਿਆ ਨੂੰ ਫਿਰ ਅੱਜ ਝੁਕਾਤਾ। ਸੱਚੀ ਮੁੱਚੀ ਵਕਤ ਬਦਲੇ, ਘੜੀਆਂ ਬਦਲਣ, ਸਮੇਂ ਬਦਲੇ ਤੇ ਸਮੇਂ ਦੀਆਂ ਤਰੀਕਾਂ ਬਦਲਣ। ਗੁਰੂ ਨਾਨਕ ਦੇ ਧੀਆਂ ਪੁੱਤ ਬਦਲੇ ਨਹੀਂ ਤੇ ਨਾ ਹੀ ਇਹ ਕਦੀ ਬਦਲਨੇ। ਸਾਨੂੰ ਨਹੀਂ ਫਰਕ ਪੈਂਦਾ। ਅਸੀਂ ਕੁੱਲੀਆਂ 'ਚ ਰਹਿਣ ਵਾਲੇ ਮਹਿਲਾਂ ਵਾਲਿਆਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨੂੰ ਦੱਸ ਸਕਦੇ ਹਾਂ ਵੀ ਤੂੰ ਬੈਠਾ ਮਹਿਲਾਂ 'ਚ ਹੈ ਪਰ ਤੇਰੀ ਨੀਅਤ ਸਾਫ਼ ਨਹੀਂ। ਇਹ ਜਿਗਰਾ ਕਰਨਾ ਹੀ ਵੱਡੀ ਗੱਲ ਹੁੰਦੀ ਹੈ, ਇਹ ਨਿੱਕੀ ਗੱਲ ਨਹੀਂ ਹੁੰਦੀ। ਜਿਹੜੇ ਕਾਨੂੰਨ ਹੁਣ ਬਣਾਏ ਨੇ ਨਾ 2019-20 ਵਿੱਚ ਆਣ ਕੇ, ਇਹ ਕਾਨੂੰਨ 2003 ਤੋਂ ਬਣਾ ਕੇ ਬਾਕੀ ਸਟੇਟਾਂ 'ਚ ਲਾਗੂ ਹੋਏ ਨੇ ਤੇ ਮੰਨ ਲਏ ਉਹਨਾਂ ਨੇ ਉੱਦਾਂ ਹੀ। ਤੇ ਜਦੋਂ ਬਣਾਉਂਦੇ ਆ ਹੌਲੀ ਹੌਲੀ ਸਾਰਿਆਂ ਨੂੰ ਆਪਣੇ ਏਦਾਂ ਲੱਤ ਥੱਲਿਓਂ ਦੀ ਕੱਢਦੇ ਆ ਇਕੱਲਾ ਪੰਜਾਬ ਹੀ ਰਹਿ ਗਿਆ। ਉਹਨਾਂ ਨੂੰ ਲੱਗਿਆ ਵੀ ਪੰਜਾਬ ਹਰਿਆਣੇ ਨੂੰ ਵੀ ਹੁਣ ਆਪਾਂ ਆਪਣੇ ਪੈਰ ਥੱਲਿਓਂ ਦੀ ਕੱਢ ਹੀ ਲੈਣਾ, ਬਾਕੀ ਲੰਘ ਗਏ ਸਾਰੇ। ਜਿਹੜੇ 23-23, 24-24, 25-25 ਮੁਲਕਾਂ ਦੇ ਮਾਲਕ ਬੰਦੇ ਨੇ ਉਹਨਾਂ ਨੂੰ ਵੀ ਦਬਾ ਲਿਆ ਅਸੀਂ। ਤੇ ਇਹ ਕੀ ਨੇ? ਅੰਦਾਜ਼ਾ ਗਲਤ ਲਾ ਗਏ ਉਹ। ਪਰ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਪੰਜਾਬ ਗੁਰਾਂ ਦਾ ਹੈ। ਖੈਰ ਅਕਬਰ ਬਾਦਸ਼ਾਹ ਸਮਾਂ, ਕਿਉਂਕਿ ਇਹ ਇਤਿਹਾਸ ਹੈ, ਜਦੋਂ ਤੁਸੀਂ ਕਹਿਣ ਲੱਗ ਜਾਓ ਤੇ ਇੰਨਾ ਕੁਝ ਹੈ ਇਤਿਹਾਸ ਵਿੱਚ ਵੀ ਤੁਹਾਨੂੰ ਕਈ ਦਿਨ ਵੀ ਇਹਨਾਂ 'ਚ ਤੁਸੀਂ ਚੁੱਭੀਆਂ ਲਾਉਂਦੇ ਰਹੋ ਤੇ ਬਹੁਤ ਕੁਝ ਫਿਰ ਵੀ ਰਹਿ ਜਾਂਦਾ। ਪੰਜਾਬ ਦੇ ਲੋਕ ਉੱਠੇ ਔਰ ਉਹਨਾਂ ਨੇ ਉੱਠ ਕੇ ਇਹ ਕਿਹਾ ਵੀ ਘੱਟੋ ਘੱਟ ਬਾਕੀ ਸਾਰਾ ਕੁਝ ਛੱਡਿਆ ਪਰ ਜਿਸ ਧਰਤੀ ਤੇ ਖਲੋਤੇ ਆ ਉਹ ਧਰਤੀ ਤੇ ਨਹੀਂ ਪੈਰਾਂ ਥੱਲਿਓਂ ਕੱਢਣ ਦੇਣੀ ਅਸੀਂ। ਜੇ ਧਰਤੀ ਵੀ ਪੈਰਾਂ ਥੱਲੇ ਨਾ ਰਹੀ ਸਾਡੇ ਕੋਲ ਬਚਣਾ ਕੀ ਹੈ? ਔਰ ਖਾਸ ਕਰਕੇ ਜਿਹੜੇ ਤਰੀਕੇ ਨਾਲ ਤੁਸੀਂ ਕਰਨਾ ਚਾਹੁੰਦੇ ਹੋ, ਜਿਹੜੀ ਧੌਂਸ ਜਮਾ ਕੇ ਤੁਸੀਂ ਕਹਿਣਾ ਚਾਹੁੰਦੇ ਹੋ ਨਾ, ਪਿਆਰ ਨਾਲ ਮੰਗਦੇ ਤੇ ਜਾਨ ਵੀ ਦੇ ਦਿੰਦੇ। ਸਾਡਾ ਇਤਿਹਾਸ ਹੀ ਇਦਾਂ ਦਾ। 9 ਸਾਲ ਦੀ ਉਮਰ 'ਚ ਗੁਰੂ ਸਾਹਿਬ ਜੀ ਦੇ ਘਰ ਜਨੇਊ ਪਾਉਣ ਆਇਆ ਪੰਡਤ ਹਰਦਿਆਲ ਬਾਬਾ, ਕਹਿੰਦਾ ਮੈਂ ਨਹੀਂ ਪਾਉਣਾ ਜੇ ਮੇਰੀ ਭੈਣ ਨਹੀਂ ਪਾ ਸਕਦੀ। ਤੇ ਜਿੱਦਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸੁਰਤ ਸੰਭਾਲੀ ਉਦਣ ਜਨੇਊ ਲਾਏ ਜਾ ਰਹੇ ਸਨ। ਬਾਬੇ ਨੇ ਕਿਹਾ ਮੈਂ ਲਾਉਣ ਵੀ ਨਹੀਂ ਦੇਣੇ, ਕਿਉਂਕਿ ਇਤਿਹਾਸ ਹੈ ਸਾਡਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪੰਨੇ ਫਰੋਲਣ ਵਾਲਿਓ, ਤੁਸੀਂ ਚੇਤੇ ਰੱਖੋਗੇ 22 ਮੰਜੀਆਂ। ਇੱਕ 2 ਚੀਜ਼ਾਂ ਹੀ ਚੇਤੇ ਰੱਖ ਲਓ ਨਾ ਤੁਸੀਂ ਰੋਜ਼ ਦੇਣ ਵਿੱਚ ਤੇ ਸਾਨੂੰ ਬਹੁਤ ਸੌਖਾ ਹੋ ਸਕਦਾ। ਅਸੀਂ
22 ਮੰਜੀਆਂ ਤੇ 52 ਪੀੜੇ, ਇੱਕ ਸ਼ਬਦ ਤੁਸੀਂ ਨਾਲ ਸੁਣਦੇ ਹੋਵੋਗੇ। ਮੰਜੀ ਦਾ ਅਰਥ ਹੁੰਦਾ ਹੈ, ਮੰਜੀ ਮਤਲਬ ਪ੍ਰਚਾਰਕ, ਮੰਜੀਦਾਰ ਮਤਲਬ ਪ੍ਰਚਾਰਕ। ਇਹ 22 ਮੰਜੀਆਂ ਦਾ ਮਤਲਬ ਹੈ 22 ਪ੍ਰਚਾਰਕ ਨਿਯੁਕਤ ਕੀਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੋਇੰਦਵਾਲ ਦੀ ਧਰਤੀ ਤੋਂ। ਉਧਰ ਬਾਬਰ ਵੇਲੇ ਦੀ ਕਹਾਣੀ ਨੂੰ ਅਕਬਰ ਸਮਝਦਾ ਸੀ, ਇੱਧਰ ਗੁਰੂ ਸਾਹਿਬ ਜੀ ਦੇ ਵੇਲੇ 22 ਮੰਜੀਆਂ ਸਥਾਪਿਤ ਕਰਕੇ ਤੇ ਭਾਰਤ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਪ੍ਰਚਾਰਕ ਭੇਜੇ ਗਏ ਤੇ ਉਹਨਾਂ ਪ੍ਰਚਾਰਕਾਂ ਨੇ ਹਰ ਥਾਂ ਤੇ ਜਾ ਕੇ ਕੋਈ ਗੱਲ ਕਹੀ ਵੀ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਆਵਾਜ਼ ਨੂੰ ਕੂ ਕੂ ਕੇ ਉਹਨਾਂ ਨੇ ਕਿਹਾ, ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਦੂਜਾ ਨਹੀਂ ਕੋਈ। ਹੁਣ ਜਿਨ੍ਹਾਂ ਨੇ ਕਈ ਬਣਾਏ ਹੋਣ, ਉਹਨਾਂ ਨੂੰ ਕੋਈ ਕਵੇ ਆ ਵੀ ਨਹੀਂ ਹੈ, ਆ ਵੀ ਨਹੀਂ ਹੈ, ਇੱਕੋ ਹੀ ਹੈ, ਤੇ ਉਹਨਾਂ ਵਾਸਤੇ ਮੁਸ਼ਕਲ ਹੈ, ਬਹੁਤ ਵੱਡੀ ਹੈ। ਅਕਬਰ ਬਾਦਸ਼ਾਹ ਗੋਇੰਦਵਾਲ ਦੀ ਧਰਤੀ ਤੇ ਚੱਲ ਕੇ ਆਇਆ। ਹੁਣ ਇਤਿਹਾਸ ਵੇਖੋ ਕਿੰਨਾ ਪਿਆਰਾ ਹੈ। ਵੱਖ-ਵੱਖ ਖਿੱਤਿਆਂ ਵਿੱਚ ਗੁਰੂ ਨਾਨਕ ਦੀ ਸਿੱਖੀ ਦਾ ਬੋਲਬਾਲਾ ਹੋਇਆ। ਜਿਹੜੇ ਬੰਦੇ ਤੁਹਾਡੇ ਚੋਂ ਥੋੜਾ ਜਿਹਾ ਇਤਿਹਾਸ ਨਾਲ ਰਿਲੇਟਡ ਨੇ ਨਾ, ਜਿਹੜੇ ਇਤਿਹਾਸ ਨੂੰ ਥੋੜਾ ਜਾਣਦੇ ਨੇ, ਉਹਨਾਂ ਨੂੰ ਪਤਾ ਹੋਣਾ ਅੱਜ ਵੀ ਨਾ ਯੂਪੀ, ਬਿਹਾਰ, ਰਾਜਸਥਾਨ, ਇੱਧਰ ਛੱਤੀਸਗੜ੍ਹ ਵਾਲੇ ਬੰਨੇ ਪੁਰਾਣੇ ਮੰਦਿਰਾਂ 'ਚ ਅੱਜ ਵੀ ਪੋਥੀਆਂ ਮਿਲ ਜਾਂਦੀਆਂ ਕਿਤੇ ਕਿਤੇ। ਯੂਪੀ ਦੇ ਵਿੱਚ ਬਹੁਤ ਐਸੇ ਮੰਦਿਰ ਨੇ ਜਿਨ੍ਹਾਂ 'ਚ ਪੁਰਾਣੀਆਂ ਪੋਥੀਆਂ ਗੁਰੂ ਤੇਗ ਬਹਾਦਰ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ ਦੇ ਵੇਲੇ ਦੀਆਂ ਪਈਆਂ ਨੇ। ਇਹਦਾ ਮਤਲਬ ਉਹ ਕੌਣ ਲੈ ਕੇ ਗਿਆ ਹੋਣਾ ਪੋਥੀਆਂ? ਜਿਹੜੇ 22 ਮੰਜੀਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਥਾਪਿਤ ਕੀਤੀਆਂ ਸੀ। ਜਦੋਂ ਏਦਾਂ ਸਾਰੇ ਥਾਵਾਂ ਤੇ ਸਿੱਖੀ ਦਾ ਬੋਲਬਾਲਾ ਸ਼ੁਰੂ ਹੋਣਾ ਹੋਇਆ ਤਾਂ ਅਗਲੇ ਕਹਿੰਦੇ ਗੱਲ ਕਿੱਥੋਂ ਚੱਲੀ ਹੈ, ਕਿਹਨੇ ਸ਼ੁਰੂ ਕੀਤੀ ਹੈ ਮੂਵਮੈਂਟ, ਇਹ ਲਹਿਰ ਕਿੱਥੋਂ ਚੱਲੀ ਹੈ? ਕਹਿੰਦੇ ਗੋਇੰਦਵਾਲ ਤੋਂ। ਤਾਂ ਸ਼ਬਦ ਸ਼ੁਰੂ ਹੋਇਆ ਸੀ, ਗੋਇੰਦਵਾਲ ਸਿੱਖੀ ਦਾ ਧੁਰਾ ਹੈ। ਨਹੀਂ ਤਾਂ ਧੁਰੇ ਦਾ ਅਰਥ ਹੁੰਦਾ ਹੈ ਮੁੱਢ ਸਾਡਾ ਨਨਕਾਣਾ ਸਾਹਿਬ ਜੀ ਤੋਂ ਵੱਜਾ, ਰਾਏ ਭੋਏ ਦੀ ਤਲਵੰਡੀ ਤੋਂ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੋਇਆ। ਜੇ ਤੁਸੀਂ ਉਹਦੇ ਤੋਂ ਵੀ ਪਿੱਛੇ ਚਲੇ ਜਾਓਗੇ, ਬਾਬਾ ਫਰੀਦ ਜੀ ਦੀ ਬਾਣੀ, ਜਿਹੜੇ ਪਾਕਪਟਨ ਦੇ ਰਹਿਣ ਵਾਲੇ ਸਨ, ਜੇ ਆਪਾਂ ਉਹਦੇ ਨਾਲ ਜੁੜੀਏ ਤੇ ਫਿਰ ਆਪਾਂ ਉੱਥੋਂ ਬਾਣੀ ਦੀ ਗੱਲ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਬਨਾਰਸ 'ਚ ਰਹਿਣ ਵਾਲੇ ਬਾਬਾ ਕਬੀਰ ਜੀ ਨੇ, ਮਹਾਰਾਸ਼ਟਰ 'ਚ ਰਹਿਣ ਵਾਲੇ ਭਗਤ ਨਾਮਦੇਵ ਜੀ ਨੇ। ਹੁਣ ਉਹ ਸ਼ਬਦ ਪ੍ਰਚਲਿਤ ਹੋਇਆ, ਸਿੱਖੀ ਦਾ ਧੁਰਾ। ਗੋਇੰਦਵਾਲ ਸਾਹਿਬ ਤੋਂ ਗੁਰੂ ਸਾਹਿਬ ਜੀ ਨੇ ਕਾਰਜ ਆਰੰਭਿਆ। ਵਕਤ ਦਾ ਬਾਦਸ਼ਾਹ ਗੋਇੰਦਵਾਲ ਆਪ ਚੱਲ ਕੇ ਆਇਆ। ਹੁਣ ਅੱਜ ਤੇ ਗੋਇੰਦਵਾਲ ਠੀਕ ਹੈ ਵੀ ਥੋੜਾ ਡਿਵੈਲਪ ਹੋ ਗਿਆ, ਪਰ ਅੱਜ ਤੋਂ ਜਦੋਂ ਤੁਸੀਂ 450 ਸਾਲ ਪਿੱਛੇ ਜਾਂਦੇ ਹੋ, ਫਿਰ ਗੋਇੰਦਵਾਲ ਕਿੱਦਾਂ ਦਾ ਹੋਏਗਾ? ਤੇ ਵਕਤ ਦਾ ਬਾਦਸ਼ਾਹ ਉਹ ਇੱਕ ਨਿੱਕੇ ਜਿਹੇ ਇਦਾਂ ਕਹਿ ਲਓ ਵੀ ਜਿਵੇਂ ਇੱਥੇ ਗੱਲਬਾਤ ਚੱਲ ਰਹੀ ਹੋਵੇ ਤੇ ਇੱਕ ਦਿਨ ਵਕਤ ਦੇ ਬਾਦਸ਼ਾਹ ਨੂੰ ਲੱਗੇ ਵੀ ਆਹ ਬੰਦੇ ਕੌਣ ਨੇ ਯਾਰ, ਕਿ ਜਿਹੜੇ ਇਦਾਂ ਬਹਿ ਕੇ ਰੋਜ਼ ਆਪਣੇ ਬੱਚਿਆਂ 'ਚ, ਪਰਿਵਾਰਾਂ 'ਚ, ਆਪਣੇ ਆਉਣ ਵਾਲੇ ਧੀਆਂ ਪੁੱਤਰਾਂ ਨੂੰ ਵੱਡਿਆਂ ਦੀਆਂ ਗੱਲਾਂ ਦੱਸਦੇ ਨੇ। ਸਹੀ ਅਰਥਾਂ 'ਚ ਜਿਹੜੀ ਮਨੁੱਖਤਾ ਆ, ਜਿਹੜਾ ਇਨਸਾਨੀਅਤ ਦਾ ਪਾਠ ਹੈ, ਉਹ ਪੜ੍ਹਾ ਰਹੇ ਨੇ। ਕੌਣ ਬੰਦੇ ਨੇ? ਤੇ ਵਕਤ ਦਾ ਬਾਦਸ਼ਾਹ ਗੋਇੰਦਵਾਲ ਦੀ ਧਰਤੀ ਤੇ ਆਇਆ, ਕਿਉਂਕਿ ਇੱਥੋਂ ਗੱਲ ਸ਼ੁਰੂ ਹੋ ਰਹੀ ਸੀ, ਸਾਰਿਆਂ ਸੁੱਖਾਂ ਦਾ ਦਾਤਾ ਇੱਕੋ ਹੀ ਹੈ। ਤੇ ਜਦੋਂ ਅਕਬਰ ਬਾਦਸ਼ਾਹ ਆਇਆ ਤੇ ਉਹਦੇ ਮਨ ਵਿੱਚ ਇਦਾਂ ਖਿਆਲ ਸੀ ਵੀ ਜਦੋਂ ਮੈਂ ਜਾਊਂਗਾ ਤੇ ਗੋਇੰਦਵਾਲ ਹਲਚਲ ਮਚ ਜਾਏਗੀ ਵੀ ਬਾਦਸ਼ਾਹ ਹੈ। ਪਰ ਉਹਨੂੰ ਨਹੀਂ ਪਤਾ ਸੀ ਵੀ ਬਾਬੇ ਕਿਆਂ ਨੂੰ ਇਹਦੇ ਨਾਲ ਕੀ ਫਰਕ ਪੈਂਦਾ। ਇੱਥੇ ਭਾਵੇਂ ਕੋਈ ਬਾਦਸ਼ਾਹ ਆ ਜਾਏ ਤੇ ਭਾਵੇਂ ਬਾਦਸ਼ਾਹ ਦਾ ਦਾਦਾ ਪੜਦਾਦਾ ਆ ਜਾਏ, ਤੇ ਨੋਰਮਲ ਹੀ ਰਹਿੰਦੇ ਨੇ, ਇਹਨਾਂ ਨੂੰ ਥੋੜੀ ਫਰਕ ਪੈਂਦਾ ਕੋਈ। ਸਿੱਖ ਗੁਰੂ ਲਈ ਤਾਂ ਹਾਜ਼ਰ ਹੋ ਜਾਂਦਾ ਹੈ। ਸਿੱਖ ਗੁਰੂ ਤੋਂ ਬਿਨਾ, ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਕਿਸੇ ਦੀ ਧੌਂਸ ਨਹੀਂ ਮੰਨਦਾ, ਜਿੱਦਾਂ ਦਾ ਮਰਜ਼ੀ ਹੋਵੇ। ਤੁਹਾਡੇ ਪਟਿਆਲੇ ਇਲਾਕੇ ਦੀ ਗੱਲ ਹੈ ਨਾ, ਪੁੱਠੀਆਂ ਖੱਲਾਂ ਲਵਾਈਆਂ ਗਈਆਂ। ਜੋ ਤੁਸੀਂ ਜੈ ਸਿੰਘ ਦਾ ਇਤਿਹਾਸ ਪੜ੍ਹਦੇ ਹੋ, ਉਸ ਯੋਧੇ ਦਾ ਨਾਮ ਜੈ ਸਿੰਘ। ਉਹਨੂੰ ਵਕਤ ਦਾ ਬਾਦਸ਼ਾਹ ਕਹਿੰਦਾ ਸੀ ਤਮਾਕੂ ਦੀ ਪੰਡ ਸਿਰ ਤੇ ਰੱਖ ਤੇ ਛੱਡਿਆ। ਉਹ ਕਹਿੰਦਾ ਮੇਰੇ ਗੁਰੂ ਦੇ ਘੋੜੇ ਨਹੀਂ ਲੰਘੇ ਵੇਚਦੀ, ਤੂੰ ਮੇਰੇ ਸਿਰ ਤੇ ਰਖਾਉਣੀ ਚਾਹੁੰਦਾ? ਮੈਂ ਤਾਂ ਪੈਰ ਵੀ ਨਾ ਰੱਖਾਂ ਇਹਦੇ ਤੇ। ਉਹ ਕਹਿੰਦਾ ਹੱਦ ਹੈ, ਮੈਂ ਬਾਦਸ਼ਾਹ ਆ। ਕਹਿੰਦਾ ਹੋਏਗਾ ਆਪਣੇ ਘਰ।
तू बादशाह होएगा किसी रियाया दा, किसी रियासत दा, तेरा हुक्म किसी थां तक चलदा होना। जिस बादशाह नाल मैं जुड़िया ना, उस बादशाह दा हुक्म सारियां थावां ते चलदा। सज्जन सच्चा सिर शाहां दे, जिस पास बैठे हैं सो ही है सबना दा। तेरे बादशाह नूं मैं की मनदा बई? कहंदा तैनूं पता इस हुक्म अदूली करन दी सज़ा की हो सकती है? कहंदा वध तो वध मौत हो सकती है, इहदे तो वड्डी कोई सज़ा ही नहीं पैदा होई दुनिया च। तू मैनूं की डर देंगा? वध तो वध मौत दे सकदा है ना तू? ते तैनूं नहीं पता जिस बापू दे बोल मैं पढ़ रहा ना, सज्जन सच्चा पातशाह सिर शाहां दे सा, जिस पास बैठे हैं सो ही है सबना दा वेसा। उस दाते ने मैनू ये भी सिखाया है, जो नर दुख में दुख नहीं मानै, सुख स्नेह अर भै नहीं जाके कंचन। जिन्होंने दुख नूं दुख समझदा ही नहीं, उन्होंने दुख की दे लोगे? कैसा सिख होएगा? दुख की परवाह इत्थे बंदे ते 2 दिन सिर दुखन लग जाए, मेरे वर्गे बंदे नूं मड़ी जी किते प्रॉब्लम हो जाए, हाय रब्बा इन्नी बाणी पढ़दे आ फिर भी बीमारियां साडे घर ही रहिंदियां ने। फिर की होया? शरीर है, इहदा तापमान वध घट सकता है, खुराक का फर्क पै सकता है, रोग आउंदे जांदे रहिंदे ने। इहदे च किहड़ी गल है? खेड है। शरीर दे कपड़े ने, दुख सुख दोएदार कपड़े पहरे जाए मनुख बंदे दे पहिनण वास्ते ने। हुण अकबर बादशाह नूं सी भी जदों मैं जाऊंगा ना, मेरा प्रभाव बड़ा होना उत्थे। पर गुरु दे सिख परवाह ना ही किसे केरी बाज सच्चे ना, ये नहीं करते परवाह। अकबर बादशाह आया जिवें आम संगत दे वेले सी गोइंदवाल, अकबर बादशाह दे आउण वेले भी उदां ही है। बस कोई भज के वखरे बंदे नहीं लाए, कोई सेवादार नहीं लाए, कोई वखरी चीज़ नहीं तैयार की जिवें अज हुंदा है। मड़ा जा कोई आ जाए, असीं कहने एवें किते कोई सेवा च कमी ना रह जाए ना। सेवा इको जी, बस बराबर कर लो। महाराज सच्चे पातशाह जी ने ना एक गुड़ती पाई है सिखां दे अंदर। नॉर्मल विहार से अकबर पातशाह दे आउण वेले बड़ा हैरान होया। उन्हें इच्छा ज़ाहिर की, मैं गुरु नूं मिलना है। गुरु ने नहीं कहा मैं बादशाह नूं मिलना। वेखो वडियाइयां मेरे बापू दियां। बादशाह चल के आ गया तो गुरु ने नहीं कहा भी बादशाह नूं मिल के कोई फायदा ही ले लीए। बादशाह कहना मैं गुरु साहब जी नूं मिलना है। तो सिखां ने कहा, उत्थों शुरू हुई सी गल। पहले पंगत पासे संगत, बादशाहत छड्ड आम बंदियां वांग पंगत च बैठ, बादशाहत वाला किला धौण चों कढ, बह के गुरु नाल गल्लां कर। बैठा बापू नाल। साडे बंदियां ने पहले पंगत पाछे संगत दा अर्थ इहो ही रख लिया भी प्रशादा छकणों ना पिछे रह जाइए, बाकी भावें कुछ रह जाए ना रह जाए कोई गल नहीं। इहदा अर्थ ही करदे। महाराज ने भी कहा पहला पंगत पाछे संगत। ये भज के लंगर वाले बंदे नूं पहलां जांदे ने। ਉਹਦੇ मीनिंग तो समझो, गल किड्डी वड्डी है। वो असीं सिर्फ खाण पीण तक सीमित कर ली गल। महाराज सच्चे पातशाह जी ने, गुरु नानक साहब पातशाह जी के घर ने ये बादशाह नूं एहसास कराया भी इत्थे कोई भी आ जाए इक्को जिहा हुंदा। पंगत च बैठिया, प्रशादा छकिया, गुरु साहब जी नूं मिलिया, बड़ा प्रभावित होया। कहंदा गुरु अमरदास जी मेरे लायक सेवा दसो, कुछ जगीर लवा दें गोइंदवाल के नाम, कोई अनाउंस कर जा 2-4 10 लाख रुपये। मैं अज की भाषा च कह रहा। यही उम्मीद होंदी है ना सानू, किसी वड्डे बंदे नूं सददे क्यों असी भला? बस होर की काम है? जे तो सिक्खी होए फिर आम बंदियां चों नहीं लभदी किते। भज्जे क्यों फिरदे आ उन्हां दे अगे पिछे? ते पैसे कित्थों दे जाणगे? वो तुहाडे कोलों ही ने ना। वो आंदे ना कि कंबल वंड रहा सी कोई बंदा, ते भेडां बड़ियां खुश सी भी कंबल वंड रहे। उन्होंने किसी ने दस्सिया उन्होंने तुहाडी लाई है ना। कोलों कित्थों दे जांदे ने? वो
ਸਾਡਾ ਪੈਸਾ ਹੈ, ਸਾਡੀਆਂ ਹੀ ਚੀਜ਼ਾਂ ਨੇ, ਤੇ ਅਸੀਂ ਲੈਣ ਲੱਗੇ ਹੱਥ ਜੋੜ ਕੇ ਲਾਈਨ 'ਚ ਖਲੋ ਜਾਂਦੇ ਆ ਵੀ ਪਤਾ ਨਹੀਂ ਕੀ ਹੋ ਗਿਆ। ਉਹ ਨਹੀਂ ਭਾਈ। ਹੁਣ ਗੁਰੂ ਸਾਹਿਬ ਜੀ ਨੇ ਨੋਰਮਲ ਵਿਹਾਰ ਇਦਾਂ ਕੀਤਾ ਤੇ ਅਕਬਰ ਬਾਦਸ਼ਾਹ ਨੇ ਪੁੱਛਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਕੋਈ ਸੇਵਾ ਦੱਸੋ ਸਾਡੇ ਲਾਇਕ, ਵੀ ਮੈਂ ਜੋ ਕਹੋਗੇ ਹਾਜ਼ਰ ਕਰ ਦਿਆਂਗਾ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਗੋਇੰਦਵਾਲ ਦੀ ਸੇਵਾ ਕਿਵੇਂ ਚਲਾਉਣੀ ਹੈ ਸੰਗਤ ਨੂੰ ਪਤਾ ਹੈ ਤੇ ਇਹਨਾਂ ਚਲਾ ਲੈਣੀ ਹੈ, ਇਹਦੇ ਤੇ ਤੇਰੀ ਦਖਲ ਅੰਦਾਜ਼ੀ ਦੀ ਲੋੜ ਨਹੀਂ ਆ। ਹਾਂ ਜੇ ਤੂੰ ਸੱਚੀ ਕੁਝ ਕਰਨਾ ਚਾਹੁੰਦਾ ਹੈ, ਜੇ ਤੂੰ ਸੱਚੀ ਇਸ ਕਰਕੇ ਇੱਥੇ ਆਇਆ ਵੀ ਮੈਂ ਕੁਝ ਕਰਾਂ, ਤੇ ਆਪਣੇ ਦਰਬਾਰ 'ਚ ਜਾ, ਆਪਣੇ ਕਰਮਚਾਰੀ ਸੱਦ, ਆਪਣਾ ਡਿਪਾਰਟਮੈਂਟ ਫਰੋਲ। ਤੇਰੇ ਡਿਪਾਰਟਮੈਂਟ ਵਿੱਚ ਕਈ ਇਹੋ ਜਿਹੇ ਕਾਨੂੰਨ ਬਣੇ ਨੇ ਜਿਹਦੇ ਨਾਲ ਜਨਤਾ ਪਿਸ ਕੇ ਮਰ ਰਹੀ ਹੈ। ਇਹ ਅੱਜ ਹੀ ਨਹੀਂ ਕਾਨੂੰਨ ਰੱਦ ਕਰਾਏ, ਅਸੀਂ 350 ਸਾਲ ਪਹਿਲਾਂ ਵੀ ਅਕਬਰ ਬਾਦਸ਼ਾਹ ਨੂੰ ਕੋਲ ਬਿਠਾ ਕੇ ਮੇਰੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਾਨੂੰਨ ਰੱਦ ਕਰਾਏ ਸੀ। ਸਤੀ ਪ੍ਰਥਾ ਦਾ ਕਾਨੂੰਨ ਕਦੋਂ ਰੱਦ ਹੋਇਆ ਸੀ? ਇਹ ਇਤਿਹਾਸ ਹੀ ਹੈ ਸਾਡਾ, ਬਸ ਤਰੀਕਾਂ ਦੁਹਰਾਉਣੇ ਆ। ਤੇ ਅਕਬਰ ਬਾਦਸ਼ਾਹ ਨੇ ਕਿਹਾ ਸਤੀ ਪ੍ਰਥਾ ਦਾ ਕਾਨੂੰਨ ਬੰਦ, ਗਰੀਬਾਂ ਤੇ ਲੱਗਣ ਵਾਲਾ ਟੈਕਸ ਮਾਫ ਕੀਤਾ ਜਾਏ। ਜਿਹੜੇ ਬੰਦੇ ਸਾਰੀ ਦਿਹਾੜੀ ਕਰਦੇ ਨੇ ਇਹ ਕਿੱਥੋਂ ਟੈਕਸ ਦੇਣਗੇ ਬੰਦੇ? ਤੇ ਉਸ ਵੇਲੇ ਹੋਈਆਂ ਸੀ ਇਹ ਗੱਲਾਂ, ਔਰ ਇਹ ਤਾਂ ਹੀ ਹੋ ਸਕਿਆ ਸੀ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਦੇ ਤੋਂ ਕੋਈ ਇੱਛਾ ਜ਼ਾਹਰ ਨਹੀਂ ਸੀ ਕੀਤੀ। ਵੇਖੋ ਇਹ ਗੱਲ ਪੱਕੀ ਹੈ, ਜੇ ਤੁਹਾਡੀਆਂ ਇੱਛਾਵਾਂ ਹੋਣਗੀਆਂ ਤੇ ਅਗਲੇ ਨੇ ਤੁਹਾਡੀ ਇੱਛਾ ਦਾ ਹੀ ਮੁੱਲ ਪਾਉਣਾ, ਉਹਨੇ ਤੁਹਾਡੇ ਤੋਂ ਵੱਧ ਕੇ ਨਹੀਂ ਸੋਚਣਾ। ਫਿਰ ਤੇ ਜੋ ਤੁਸੀਂ ਇੱਛਾ ਮਾਰ ਲੋਗੇ ਨਾ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹਨ ਵਾਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅਸੀਂ ਸੱਚੀ ਮੁੱਚੀ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੀ ਕਿਹਾ ਬਾਣੀ ਦੇ ਅੰਦਰ? ਨਾ ਨਿੰਦਿਆ ਨਾ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਨਾਹਿ ਮਾਨ ਆਸਾ ਮਨਸਾ। ਸਗਲ ਤਿਆਗਿਆ, ਸਾਰੀਆਂ ਹੀ ਛੱਡਤੀਆਂ, ਕੋਈ ਆਸ ਨਹੀਂ। ਆਸ ਉਹਦੇ ਤੇ ਇੱਕ ਤੇ, ਬਾਕੀ ਕਿਸੇ ਤੇ ਕੀ ਆਸ ਰੱਖਣੀ ਹੈ? ਬਾਣੀ ਨੇ ਕਿਹਾ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਤੇਰਾ ਕੋਈ ਇੱਥੇ? ਕੋਈ ਨਹੀਂ ਹੈ। ਕਾਹੇ ਗਰਬਸ ਮੂੜੇ ਮਾਇਆ, ਉਹ ਮੂਰਖਾ ਕਾਹਦਾ ਹੰਕਾਰ ਕਰੀ ਜਾਂਦਾ? ਕਾਹੇ ਗਰਬਸ ਮੂੜੇ ਮਾਇਆ, ਮੂਰਖਾ ਮਾਇਆ ਦੇ ਨਸ਼ੇ ਵਿੱਚ ਮਸਤ ਹੋਇਆ ਕਾਹਦਾ ਹੰਕਾਰ ਕਰਦਾ? ਪਿਤ ਸੁਤੋ ਸਗਲ ਕਲਤਰ ਮਾਤਾ, ਤੇਰੇ ਹੋਏ ਨਾ ਅੰਤ ਸਿਖਾਇਆ, ਇਹਨਾਂ ਚ ਇੱਕ ਵੀ ਨਹੀਂ ਤੇਰਾ। ਦੱਸੋ ਜੇ ਹੈਗਾ ਤੇ? ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਤੇਰੇ ਘਰ ਦੇ ਟੱਬਰ ਜੀ ਜਿੰਨੇ ਨੇ ਸਾਰੇ ਕੀ ਤੈਨੂੰ ਲੱਗਦਾ ਵੀ ਤੈਨੂੰ ਪਿਆਰ ਕਰਦੇ ਨੇ? ਨਾ 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 ਨਾ, ਇਹ ਸਾਰੇ ਸੁੱਖਾਂ ਦੇ ਗਾਹਕ ਨੇ। ਜਿੱਦਣ ਤੇਰੇ ਕੋਲੋਂ ਸੁੱਖ ਨਸੀਬ ਨਾ ਹੋਏ ਨਾ ਪਾਸਾ ਵੱਟ ਜਾਣਾ। ਸੁੱਖਾਂ ਦੇ ਗਾਹਕ ਆ ਅਸੀਂ ਸਾਰੇ, ਹਰ ਰਿਸ਼ਤੇ ਵਿੱਚੋਂ ਸੁੱਖ ਲੱਭਦੇ ਆ। ਰਿਸ਼ਤਾ ਕਿੱਥੋਂ ਲੱਭਦੇ ਆ? ਮੈਂ ਬੜੀ ਵਾਰ ਕਹਿੰਦਾ ਹੁੰਦਾ, ਰਿਸ਼ਤੇ ਦਾ ਮਤਲਬ ਹੁੰਦਾ ਜਿਹਦੇ ਚੋਂ ਰਸ ਆਵੇ। ਦੱਸਿਓ ਮੈਨੂੰ ਆਪਣੇ ਦਿਲਾਂ ਤੇ ਹੱਥ ਰੱਖ ਕੇ, ਅੱਜ ਰਿਸ਼ਤਿਆਂ ਚੋਂ ਰਸ ਨਹੀਂ, ਅੱਜ ਰਿਸ਼ਤਿਆਂ ਚੋਂ ਸਵਾਰਥ ਪੂਰੇ ਕਰ ਰਹੇ ਹਾਂ ਅਸੀਂ। ਕਿਸੇ ਵੀ ਰਿਸ਼ਤੇਦਾਰ ਨੂੰ ਅਸੀਂ ਟੇਬਲ ਤੇ ਰੱਖ ਕੇ ਜਦੋਂ 3-4 ਚੀਜ਼ਾਂ ਵੱਖਰੀਆਂ ਵੱਖਰੀਆਂ ਖਵਾਉਨੇ ਆ ਨਾ, ਤੇ ਇਹਦਾ ਮਤਲਬ ਇਹ ਨਹੀਂ ਵੀ ਪਿਆਰ ਬੜਾ ਕਰਦੇ ਆ ਉਹਨੂੰ, ਨਾ। ਉਹਦੀ ਗੱਡੀ ਵੱਡੀ ਹੁੰਦੀ ਹੈ, ਇਸ ਕਰਕੇ ਟੇਬਲ ਤੇ ਵਾਹਵਾ ਚੀਜ਼ਾਂ ਰੱਖਦੇ ਆ ਵੀ ਕਿਤੇ ਕੰਮ ਹੀ ਆ ਜਾਊ ਕੱਲ ਨੂੰ। ਮਾਤੜ ਬੰਦਾ ਆ ਜਾਏ ਤੇ ਉਹਨੂੰ ਤਾਂ ਚਾਹ ਉੱਦਾਂ ਹੀ ਰੱਖ ਦਿੰਦੇ ਆ ਵੀ ਇਹਦੀ ਕਿਹੜੀ ਗੱਲ ਹੈ। ਜੇ ਤੇ ਰਿਸ਼ਤਿਆਂ 'ਚ ਰਸ ਹੈ ਫਿਰ ਬੰਦਾ ਇਹ ਥੋੜ੍ਹੀ ਵੇਖੇਗਾ ਕਾਹਦੇ ਤੇ ਆਇਆ ਹੈ ਕਾਹਦੇ ਤੇ। ਮੈਂ ਅੱਜ ਦਿਨੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ, ਮੈਂ ਉੱਥੇ ਹਲਾਏ ਵੀ ਇੱਕ ਬੜਾ ਤਕੜਾ ਝਮੇਲਾ ਹੈ, ਮੈਂ ਉੱਥੇ ਵੀ ਬੇਨਤੀ ਕੀਤੀ ਸੀ। ਮੈਂ ਕਿਹਾ ਜੇ ਰਿਸ਼ਤਿਆਂ 'ਚੋਂ ਰਸ ਨਾ ਆਵੇ ਤੇ ਇਹਦਾ ਮਤਲਬ ਹੈ ਰਿਸ਼ਤੇ ਨਹੀਂ, ਉਹ ਸੰਗਲ ਨੇ।
ਤੇ ਜਿੱਦਣ ਰਸ ਆਉਣ ਲੱਗ ਜਾਏ ਉਦਣ ਕੋਈ ਰਿਸ਼ਤਾ ਸੰਗਲ ਨਹੀਂ ਹੁੰਦਾ, ਕੋਈ ਰਿਸ਼ਤਾ ਮੁਸੀਬਤ ਨਹੀਂ ਹੁੰਦੀ। ਫਿਰ ਆ ਕਹਿੰਦੇ ਨਾ ਕਈ ਵਾਰ, ਮੈਂ ਤੇ ਜਦੋਂ ਦਾ ਵਿਆਹਿਆ ਗਿਆ ਸੁੱਖ ਦਾ, ਕਹਿੰਦੇ ਨਾ ਏਦਾਂ ਕਈ ਵਾਰ, ਜਿੱਦਣ ਦੀਆਂ 4 ਲਾਵਾਂ ਲੈ ਲਈਆਂ ਮੈਂ ਨਹੀਂ ਟਿਕ ਕੇ ਬੈਠਾ। ਸਵਾਰਥ ਹੈ ਪਿੱਛੇ, ਲਾਲਚ ਹੈ ਪਿੱਛੇ। ਲਾਲਚ ਛੱਡ ਦਿਓ, ਸਾਰਾ ਕੁਝ ਬਦਲ ਜਾਣਾ। ਤੇ ਇਸ ਗੁਰੂ ਸਾਹਿਬ ਜੀ ਤੇ ਭਰੋਸਾ ਕਰ ਲਓ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੇ ਅਮਲ ਕਰ ਲਓ। ਮਹਾਰਾਜ ਕਹਿੰਦੇ ਕੋਈ ਕਿਸੇ ਦਾ ਨਹੀਂ। ਖੈਰ ਗੋਇੰਦਵਾਲ ਦੀ ਧਰਤੀ ਦੀ ਮੈਂ ਬੇਨਤੀ ਤੁਹਾਡੇ ਚਰਨਾਂ 'ਚ ਕਰ ਰਿਹਾ ਸੀ, ਬਰਾਬਰ ਹੋ ਗਈ, ਕਰੀਏ ਬਰਾਬਰ ਆਪਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸ਼ਬਦ ਵਰਤੇ, ਮਹਾਰਾਜ ਕਹਿੰਦੇ ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਈ। ਭਰੋਸਾ ਕਰੋ ਇਹਨਾਂ ਸ਼ਬਦਾਂ 'ਤੇ, ਇਹਨਾਂ ਨੂੰ ਪੱਕੇ ਆਪਣੀ ਸੁਰਤ ਵਿੱਚ ਲਿਖ ਲਓ, ਦਿਮਾਗ 'ਚ ਪਾ ਲਓ ਗੱਲਾਂ। ਸੁੱਖ ਦੇਣ ਵਾਲਾ ਇੱਕੋ ਹੀ ਦਾਤਾ ਹੈ, ਕੋਈ ਦਾਤਾ ਸੁੱਖ ਨਹੀਂ ਦੇ ਸਕਦਾ। ਐਵੇਂ ਨਾ ਟੀਵੀ ਤੇ ਆਉਂਦੀ ਐਡ ਵੇਖ ਕੇ ਭੱਜ ਤੁਰਿਆ ਕਰੋ ਵੀ ਫਲਾਨਾ ਬੰਦਾ ਪਤਾ ਨਹੀਂ ਸੁੱਖ ਦੇ ਦੇਗਾ। ਜਿਹੜੇ ਐਡਾਂ ਦਿੰਦੇ ਨੇ ਨਾ ਸਾਰੇ ਤਰ੍ਹਾਂ ਦੇ ਸੁੱਖ ਪ੍ਰਾਪਤ ਕਰਨ ਵਾਸਤੇ ਮਿਲੋ ਸਾਨੂੰ, ਕਿੱਥੇ ਸਾਨੂੰ 11-12 ਮਹੀਨਿਆਂ ਦੇ ਕਾਨੂੰਨ ਰੱਦ ਹੋਣ ਵਾਲੇ ਸੀ, ਫਿਰ ਉਦੋਂ ਦੇ ਨਹੀਂ ਦੱਸੇ। ਉਹ ਪੁੱਛ ਲਿਆ ਕਰੋ ਉਹਨਾਂ ਨੂੰ। ਜਿਹੜੇ ਚੈਨਲ ਤੇ ਸਵੇਰੇ ਕੀਰਤਨ ਚੱਲ ਰਿਹਾ ਹੁੰਦਾ, ਉਹ ਕੀਰਤਨ ਬੰਦ ਹੁੰਦਾ ਹੈ, ਕੀਰਤਨ 'ਚ ਕਿਹਾ ਜਾ ਰਿਹਾ ਹੁੰਦਾ ਹੈ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ, ਤੇ ਕੀਰਤਨ ਦੀ ਸਮਾਪਤੀ ਹੁੰਦੀ ਹੈ, ਨਾਲ ਹੀ ਫਿਰ ਚੱਲਣ ਲੱਗ ਪੈਂਦਾ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਕਰਾਉਣ ਵਾਸਤੇ ਸੰਪਰਕ ਕਰੋ ਸਾਡੇ ਨਾਲ। ਤੇ ਕੀਤਾ ਨਹੀਂ, ਫਿਰ 11 ਮਹੀਨੇ ਹੋ ਗਏ ਕਿਸਾਨ 600-700 ਜਾਨਾਂ ਗਵਾ ਲਈਆਂ, ਫਿਰ ਕਰ ਲੈਂਦੇ ਹੱਲ। ਅਜੇ ਕਿਹੜੇ ਨਿਬੜ ਗਏ ਨੇ, ਅਜੇ ਬੜੇ ਸਮੱਸਿਆਵਾਂ ਨੇ, ਉਹਨਾਂ ਦੇ ਹੱਲ ਕਰ ਦੇਣ। ਬੇਰੁਜ਼ਗਾਰੀ ਕਿੰਨੀ ਹੈ ਇੱਥੇ, ਹੱਲ ਕਿਉਂ ਨਹੀਂ ਕਰਦੇ ਇਹਦਾ? ਕਿਉਂ ਸਾਡੇ ਨੌਜਵਾਨ, ਸਾਡੀਆਂ ਭੈਣਾਂ, ਸਾਡੇ ਬੱਚੇ ਮਾਪਿਆਂ ਦੇ ਕੋਲੋਂ ਆਪਣੇ ਪਰਿਵਾਰਾਂ ਨੂੰ ਛੱਡ ਕੇ ਪੈਲੀਆਂ ਗਹਿਣੇ ਰੱਖ ਕੇ ਬੈ ਕਰਕੇ ਬਾਹਰਲੇ ਮੁਲਕਾਂ ਨੂੰ ਤੁਰੇ ਜਾਂਦੇ ਨੇ? ਹੱਲ ਕਰ ਦੇਣ ਇਹਨਾਂ ਦਾ। ਸਾਨੂੰ ਸ਼ੌਂਕ ਥੋੜੀ ਹੈ, ਅਸੀਂ ਆਪਣੇ ਧੀਆਂ ਪੁੱਤਰਾਂ ਨੂੰ ਜਹਾਜ਼ੇ ਚੜਾ ਦਿੰਦੇ ਆ। ਕਰਨ ਫਿਰ ਹੱਲ ਨਹੀਂ ਹੈ, ਸਿਰਫ ਸਾਡੇ ਮਨ ਦਾ ਭੁਲੇਖਾ ਹੈ। ਅਸੀਂ ਕਨਫਿਊਜ਼ ਪਰਸਨੈਲਿਟੀ ਬਣ ਜਾਂਦੇ ਹਾਂ ਉਸ ਵੇਲੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸਾਰਿਆਂ ਸੁੱਖਾਂ ਦਾ ਦਾਤਾ ਇੱਕ ਹੈ, ਤੇ ਨਾਲ ਸ਼ਬਦ ਇਹ ਵੀ ਲਿਖਤਾ ਦੂਸਰ ਨਾਹਿਨ ਕੋਈ। ਨਹੀਂ ਹੈ ਭਰਾ ਦੂਜਾ ਕੋਈ, ਹੋਰ ਕੋਈ ਹੈ ਹੀ ਨਹੀਂ। ਮੇਰੇ ਤੇ ਵੀ ਯਕੀਨ ਨਾ ਕਰੋ, ਤੁਸੀਂ ਬੋਲਣ ਵਾਲਿਆਂ ਤੇ ਨਾ ਕਰੋ, ਇੱਥੇ ਕਿਸੇ ਵੀ ਵੀਰ ਭੈਣ ਕਿਸੇ ਸੱਜਣ ਤੇ ਨਾ ਕਰੋ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇ ਕਰੀਏ। ਉਹੀ ਕਹਿ ਰਹੇ ਨੇ ਵੀ ਦੂਸਰ ਨਾਹਿਨ ਕੋਈ, ਸਾਰਿਆਂ ਸੁੱਖਾਂ ਦਾ ਦਾਤਾ ਇੱਕੋ ਹੀ ਹੈ। ਇਹਦੇ ਤੋਂ ਬਿਨਾਂ ਹੋਰ ਕੋਈ ਸੁੱਖ ਦੇਣ ਵਾਲਾ ਦਾਤਾ ਨਹੀਂ ਹੈ। ਤੇ ਉਸ ਦਾਤੇ ਦੀ ਸ਼ਰਨ ਵਿੱਚ ਆਈਏ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕਿ ਸ਼ਰਣੀ ਪਾਈ ਹੈ, ਤਾਂ ਕਿ ਸ਼ਰਣੀ, ਸਾਰਿਆਂ ਸੁੱਖਾਂ ਦਾ ਦਾਤਾ ਇੱਕੋ ਹੀ ਹੈ, ਉਹਦੇ ਸ਼ਰਨ ਵਿੱਚ ਆ ਜੀ। ਤੇ ਉਹਦੇ ਸ਼ਰਨ ਸਮਝਿਓ ਥੋੜਾ ਜਿਹਾ। ਸ਼ਰਨ ਦਾ ਮਤਲਬ ਹੈ, ਅਸੀਂ ਕਹਿੰਦੇ ਆ ਉਹ ਜਦੋਂ ਦਰਸ਼ਨੀ ਡਿਓੜੀ ਤੋਂ ਅੰਦਰ ਲੰਘ ਆਏ, ਅਸੀਂ ਕਹਿੰਦੇ ਗੁਰੂ ਦੀ ਸ਼ਰਨ ਹੈ, ਏਦਾਂ ਹੀ ਮੰਨਦੇ ਆ ਨਾ ਸਾਰੇ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਨਹੀਂ, ਉਹਦੀ ਸ਼ਰਨ ਸਾਰਾ ਸੰਸਾਰ ਹੈ। ਉਹਦੀ ਸ਼ਰਨ ਜੇ ਤੇ ਇੰਨੇ ਦਾਇਰੇ 'ਚ ਸੀਮਤ ਕਰ ਦਿਓਗੇ ਉਹਦੀ ਸ਼ਰਨ ਤੇ, ਇਹਦਾ ਮਤਲਬ ਹੈ ਉਹਦੀ ਵੀ ਲਿਮਿਟ ਹੈ ਕੋਈ। ਉਹਦੀ ਸ਼ਰਨ ਕੀ ਹੈ? ਪੂਰਾ ਸੰਸਾਰ, ਸਾਡਾ ਘਰ ਬਾਰ, ਕਾਲਜ, ਯੂਨੀਵਰਸਿਟੀ, ਆਫਿਸ, ਦਫ਼ਤਰ, ਸਾਰਾ ਕੁਝ ਕੀ ਹੈ? ਪਰਮਾਤਮਾ ਦੀ ਸ਼ਰਨ। ਤੇ ਅਸੀਂ ਜਿੱਥੇ ਵੀ ਬੈਠੇ ਹੋਈਏ ਉੱਥੇ ਫੀਲ ਕਰੀਏ ਵੀ ਅਸੀਂ ਗੁਰੂ ਦੀ ਸ਼ਰਨ 'ਚ ਬੈਠੇ। ਹੁਣ ਸੋਚਿਓ ਭਲਾ, ਪੰਜਾਬ ਦਾ ਹਰ ਕਰਮਚਾਰੀ, ਹਰ ਆਫਿਸਰ, ਹਰ ਪ੍ਰਚਾਰਕ, ਹਰ ਬਾਬਾ, ਹਰ ਪ੍ਰਬੰਧਕ, ਹਰ ਸੰਗਤ ਦਾ ਜੀ ਗੁਰੂ ਨੂੰ ਹਰ ਥਾਂ ਤੇ ਹਾਜ਼ਰ ਨਾਜ਼ਰ ਸਮਝੇ ਤੇ ਗੁਰਦੁਆਰੇ ਗੋਲਕ ਨੂੰ ਜਿੰਦਰਾ ਮਾਰਨਾ ਪਊ ਕਿ ਨਹੀਂ ਭਲਾ?
ਅਸੀਂ ਤੇ ਉੱਥੇ ਵੀ ਨਹੀਂ ਮੰਨਦੇ ਵੀ ਹੈਗਾ, ਤਾਂ ਹੀ ਮਾਰਨਾ ਪੈਂਦਾ। ਨਹੀਂ ਤੇ ਇੱਕ ਦਿਨ ਖੋਲ ਕੇ ਵੇਖ ਲਓ ਵੀਰੋ, ਕਿਤੇ ਇੱਕ ਦਿਨ ਪੂਰੀ ਦੁਨੀਆ, ਮੈਂ ਬੜੀ ਵਾਰ ਕਹਿੰਦਾ ਹੁੰਦਾ, ਮੈਂ ਪੂਰੀ ਦੁਨੀਆ 'ਚ ਬਹੁਤ ਥਾਵਾਂ ਤੇ ਬਾਹਰਲੇ ਜਿਹੜੇ ਲੋਕ ਕਹਿੰਦੇ ਨਾ ਬਾਹਰਲੇ ਮੁਲਕਾਂ 'ਚ ਬੜੀ ਇਮਾਨਦਾਰੀ ਹੈ, ਗੋਲਕ ਨੂੰ ਜਿੰਦਰਾ ਤੇ ਉੱਥੇ ਵੀ ਹੈ। ਤੁਸੀਂ ਸੁਣਿਆ ਹੋਣਾ ਕਈ ਵਾਰ ਉੱਥੇ ਤੇਲ ਆਪੇ ਪਾ ਲੈਂਦੇ ਨੇ, ਉੱਥੇ ਏਦਾਂ ਫਰੂਟ ਵਾਲੀਆਂ ਦੁਕਾਨਾਂ ਤੇ ਏਦਾਂ ਬੰਦੇ ਨਹੀਂ ਬੈਠੇ, ਆਪੇ ਹੀ ਚੁੱਕਦੇ ਨੇ, ਪੈਸੇ ਰੱਖ ਦਿੰਦੇ ਨੇ। ਉੱਥੇ ਹੈਗੇ ਨੇ, ਮੈਂ ਨਹੀਂ ਕਹਿੰਦਾ ਵੀ ਬਿਲਕੁਲ ਖਤਮ ਹੋ ਗਿਆ ਸਾਰਾ ਕੁਝ, ਪਰ ਗੁਰਦੁਆਰੇ ਨੂੰ ਜਿੰਦਰਾ, ਗੋਲਕ ਨੂੰ ਕਿਤੋਂ ਖਤਰਾ ਹੈ? ਬੋਲੋ, ਕਿਤੇ ਤੋਂ ਖਤਰਾ ਹੈ? ਉੱਥੇ ਤੇ ਸਿੱਖ ਹੀ ਆਉਂਦੇ ਨੇ। ਇਹਦਾ ਮਤਲਬ ਹੈ ਅਸੀਂ ਆਪਣਾ ਵਿਸ਼ਵਾਸ ਗਵਾ ਲਿਆ। ਸਿੱਖਾ, ਤੂੰ ਸਿਰ ਤੇ ਪੱਗ ਨਹੀਂ ਬੰਨ੍ਹਦਾ, ਇਹ ਕੱਪੜਾ ਨਹੀਂ ਹੈ। ਇਸ ਪੱਗ ਦਾ ਇਤਿਹਾਸ ਪੜ੍ਹੀ, ਇਹ ਪੰਜਾਬ ਦਾ ਨਕਸ਼ਾ ਹੈ। ਜਦੋਂ ਤੁਸੀਂ ਸਿਰ ਤੇ ਪੱਗ ਬੰਨ੍ਹਦੇ ਹੋ ਨਾ, ਤੇ ਤੁਸੀਂ ਪੰਜਾਬ ਦਾ ਨਕਸ਼ਾ ਬੰਨ੍ਹਦੇ ਹੋ ਸਿਰ ਤੇ। ਮੇਰੀਓ ਭੈਣੋ, ਤੁਸੀਂ ਜਦੋਂ ਚੁੰਨੀ ਲੈਂਦੀ ਆ ਨਾ ਸਿਰ ਤੇ, ਇਹ ਪੰਜਾਬ ਦਾ ਨਕਸ਼ਾ ਆ ਤੁਹਾਡੇ ਸਿਰ ਤੇ। ਤੇ ਇਸ ਪੰਜਾਬ ਦੇ ਨਕਸ਼ੇ ਦੇ ਬਦਲੇ ਅਸੀਂ ਬਹੁਤ ਕੁਝ ਗਵਾਇਆ, ਅਸੀਂ ਬਹੁਤ ਕੁਝ ਦਾਅ ਤੇ ਲਾਇਆ। ਅਸੀਂ 7-7 ਸਾਲ ਦੇ ਬੱਚੇ ਨੀਹਾਂ 'ਚ ਚਿਣਾਏ ਨੇ। ਸਾਡੀਆਂ ਬਜ਼ੁਰਗ ਮਾਵਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਝੋਲੀਆਂ 'ਚ ਆਪਣੇ ਪੁੱਤਾਂ ਦੇ ਢੱਕਰੇ ਕਰਾ ਕੇ ਪਵਾਏ ਨੇ। ਅਸੀਂ ਕੀਮਤੀ ਹਾਰਾਂ ਕਰਕੇ ਨਹੀਂ ਜਾਣੇ ਜਾਂਦੇ। ਸਾਡੇ ਇਤਿਹਾਸ ਵਿੱਚ ਇਹ ਨਹੀਂ ਲਿਖਿਆ ਵੀ ਕਿਸੇ ਭੈਣ ਨੇ ਕਿੱਡਾ ਕੀਮਤੀ ਹਾਰ ਪਾਇਆ ਸੀ। ਹੋਏਗਾ ਦੁਨੀਆ ਦਾ ਇਤਿਹਾਸ, ਸਾਡੇ ਇਤਿਹਾਸ ਨੇ ਲਿਖਿਆ ਜਿਹੜੀਆਂ ਸਾਡੇ ਘਰ ਦੀਆਂ ਮਾਵਾਂ ਨੇ, ਸਾਡੀਆਂ ਭੈਣਾਂ ਨੇ, ਉਹਨਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਲਖਤੇ ਜਿਗਰਾਂ ਦੇ ਟੁਕੜੇ ਕਰਾ ਕੇ ਗਲਾਂ ਵਿੱਚ ਹਾਰ ਪਾਏ। ਇਹਦੇ ਤੋਂ ਵੱਧ ਕੋਈ ਕੀਮਤ ਹੁੰਦੀ ਹੈ ਕਿਸੇ ਚੀਜ਼ ਦੀ? ਕਰੇ ਮਾਣ ਯਾਰ, ਲੋਕ ਕਰਦੇ ਹੋਣਗੇ ਹੀਰਿਆਂ ਕੌਡੀਆਂ ਤੇ ਮਾਣ, ਪਰ ਅਸੀਂ ਮਾਣ ਕਰਦੇ ਹਾਂ, ਅਸੀਂ ਆਪਣੇ ਬੱਚਿਆਂ ਦੇ ਹਾਰ ਗਲਾਂ 'ਚ ਪਵਾ ਕੇ ਦੱਸਿਆ ਵੀ ਇਨਸਾਨੀਅਤ ਹੁੰਦੀ ਕੀ ਹੈ। ਤੇ ਜਿਸ ਕੌਮ ਦੇ ਵਡੇਰਿਆਂ ਨੇ, ਜਿਸ ਕੌਮ ਦੇ ਪੁਰਖਿਆਂ ਨੇ ਆਪਣੇ ਪੁੱਤਾਂ ਦੇ ਹਾਰ ਗਲਾਂ 'ਚ ਪਵਾ ਕੇ ਦੱਸਿਆ ਹੋਵੇ ਵੀ ਇਨਸਾਨੀਅਤ ਨੂੰ ਦਾਗ ਨਹੀਂ ਲੱਗਣ ਦੇਣਾ, ਉਸ ਕੌਮ ਦੀਆਂ ਪੀੜ੍ਹੀਆਂ ਆਪਣੇ ਆਪ ਤੇ ਦਾਗ ਲਾ ਜਾਣ, ਤੇ ਫਿਰ ਸਵਾਲ ਤੇ ਬਣਦਾ ਹੈ ਨਾ, ਕਿਉਂ ਲਾਇਆ ਅਸੀਂ ਦਾਗ ਆਪਣੇ ਆਪ ਤੇ? ਸਾਡਿਆਂ ਵਡੇਰਿਆਂ ਨੇ ਨਹੀਂ ਲੱਗਣ ਦਿੱਤਾ ਦਾਗ। ਤੁਸੀਂ ਇਤਿਹਾਸ ਦੇ ਵਰਕੇ ਫਰੋਲ ਕੇ ਵੇਖੋ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਾਣੀ ਦੇ ਸ਼ਬਦ ਪੜ੍ਹ ਕੇ ਵੇਖੋ ਕਿਤੇ। ਹੁਣ ਇਹ ਕਿੱਡੀ ਵੱਡੀ ਗੱਲ ਹੈ। ਸਾਰਿਆਂ ਸੁੱਖਾਂ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਹੈ। ਸਹੂਲਤ ਤੇ ਸੁੱਖ, ਇਹਨਾਂ ਨੂੰ ਰਲ ਗੱਡ ਨਾ ਕਰੋ। ਸਹੂਲਤ ਹੋਰ ਗੱਲ ਹੈ ਤੇ ਸੁੱਖ ਹੋਰ ਗੱਲ ਹੈ। ਸਹੂਲਤਾਂ ਵਿੱਚ ਸੁੱਖ ਨਹੀਂ ਹੁੰਦਾ। ਜੇ ਸਹੂਲਤਾਂ ਵਿੱਚ ਸੁੱਖ ਹੁੰਦਾ ਤੇ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਜੀ ਦੇ ਕੋਲ ਬਾਬਰ ਦੇ ਮੁਕਾਬਲੇ ਤੇ ਸਹੂਲਤਾਂ ਨਹੀਂ ਸਨ, ਹੈਗੀਆਂ ਸੀ ਨਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਸਹੂਲਤ ਹੈਗੀ ਔਰੰਗਜ਼ੇਬ ਦੇ ਮੁਕਾਬਲੇ ਤੇ? ਨਾ, ਸਹੂਲਤ ਕਿੱਥੇ ਹੈ? ਆਨੰਦਪੁਰ ਸ਼ਹਿਰ ਵਸਾਇਆ, ਥਾਂ ਮੁੱਲ ਲੈ ਕੇ, ਪੈਸੇ ਤਾਰੇ ਨੇ ਉਹਦੇ। ਸਹੂਲਤ ਨਹੀਂ ਔਰੰਗਜ਼ੇਬ ਦੇ ਮੁਕਾਬਲੇ ਤੇ, ਪਰ ਜਿਹੜਾ ਸੁੱਖ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਹੈ ਉਹ ਔਰੰਗਜ਼ੇਬ ਕੋਲ ਨਹੀਂ ਹੈ। ਅੱਜ ਦਾ ਜਿਹੜਾ ਸਿੱਖ ਹੈ ਨਾ, ਉਹ ਸਹੂਲਤ ਦੇ ਪਿੱਛੇ ਦੌੜ ਰਿਹਾ। ਅਸੀਂ ਸਹੂਲਤਾਂ ਨੂੰ ਸੁੱਖ ਕਹਿ ਰਹੇ ਹਾਂ। ਸਹੂਲਤ ਸੁੱਖ ਨਹੀਂ ਹੁੰਦੇ, ਸਹੂਲਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਸੁੱਖ ਜਿਹੜਾ ਹੁੰਦਾ ਹੈ ਨਾ, ਉਹ ਉਬਲਦੀਆਂ ਦੇਗਾਂ 'ਚ ਵੀ ਹੁੰਦਾ ਹੈ ਤੇ ਤਤੀਆਂ ਤਵੀਆਂ ਤੇ ਵੀ ਹੁੰਦਾ ਹੈ, ਜਿੱਥੇ ਸਹੂਲਤ ਕੋਈ ਵੀ ਨਹੀਂ। ਇਸ ਕਰਕੇ ਇਹਨਾਂ ਸ਼ਬਦਾਂ ਤੇ ਯਕੀਨ ਕਰੋ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਇ। ਤੇ ਮਹਾਰਾਜ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ, ਨਾਵੇਂ ਨਾਨਕ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਨੇ ਮਨਾ ਸੁਣ, ਧਿਆਨ ਨਾਲ ਸੁਨ ਰੇ ਮਨਾ, ਸੁਣ ਧਿਆਨ ਨਾਲ। ਤਿਹ ਸਿਮਰਤ ਗਤ ਹੋਏ, ਇਹਨੂੰ ਯਾਦ ਕਰਨ ਨਾਲ ਹੀ ਤੇਰੀ ਗਤ ਹੋਣੀ ਹੈ। ਹੁਣ ਮੈਂ ਬੇਨਤੀ ਕਰਦਾ ਸੀ
याद करना, शरण विच आउणा, गुरु दा सिमरन करना, गुरु दी बाणी गाउणी, इदां दे बेअंत शब्द तुसीं गुरु ग्रंथ साहिब च पढ़ोगे। किते महाराज ने कहा कहो नानक सुन रे मन, सुन। किते महाराज ने कहा गावो सच्ची बाणी। किते महाराज ने कहा हर का सिमरन सब ते उच्चा। किते महाराज सच्चे पातशाह जी ने कहा ए बाणी जे जियो जाने। किते महाराज ने कहा अमृत बाणी हर हर तेरी सुन सुन होवे। ते किते महाराज ने कहा गाविया सुनिया तिनका हर थाएं पावे जिन सतगुरु की आज्ञा सत। सत कर मानी, जिन्हें आज्ञा नहीं गुरु दी मन्नी उन्हां बारे बाणी च लिखे क्या पढ़ी है, क्या गुनी है। गुनीय का अर्थ होंदा है विचार करनी। क्या पढ़ी है, क्या गुनी है, क्या वेद पुराना सुनीए, की पढ़ीए, की उहदे ते विचार करिए, की वड वडेरियां दियां गल्लां नूं ध्यान नाल सुणीए। पढ़े सुने क्या होई जो सहज ना मिलियो। पढ़न सुनन का मतलब की बनता जे सहज ही नहीं आया। सहज का मतलब है जे गुरु का उपदेश ही अपने जीवन में नहीं वसाया। ते उपदेश गुरु का की कहंदा है सब सुख दाता राम है दूसर नाहिन कोय। कहो नानक सुन रे मना तिह सिमरत गत होए। महाराज कहंदा याद करया कर तेरी गति होएगी ओहदे नाल। गति का अर्थ है मेल हो जाएगा। गत का अर्थ होंदा है पछाण हो जानी, समझ लग जानी, पता लग जाना, रिश्ता जुड़ जाना। हुण साडा रिश्ता जो गुरु नाल जुड़ना है ना, तो गुरु ने सानू इदां दे बना देना है कि असीं किसी भी तरह के स्वार्थ तो उपर उठ जाए। किसी भी चीज़ विच स्वार्थ ना अगे रखिया करो, आपसी सांझ कायम करो। असी रस्ते च आउंदियां भी वेख रहे सी, जदों असी मेन रोड तो इधर नूं मुड़े तो असी गल करदे सी वीरां नाल कि तुहाडे इलाके च ना वेखो इलाके दे विच प्रवेश करदे ही पता लग जाता है भी सियाणे लोग रहिंदे ने इत्थे। राह खड़ा ही दस दिंदा है बंदे दा, राह दे आले दुआले दी सफाई दस दिंदी है भी बंदे थोड़े जे सूझवान। ते जे रस्ते च गंद खिलरिया होवे ते अंदाजा लग जाता, क्योंकि गंद किते आकाश चों तां डिगना नहीं हुंदा, लोकां ने खिलारना हुंदा। असी होर थोड़ा जिहा हंबड़ा मारीए, असी आपसी प्यार भाईचारक सांझ अपना एक दूजे नाल नेड़ता बनाईए। असी गुरु नानक साहब जी की, गुरु तेग बहादुर पातशाह की उस महक नूं होर खिलारीए, होर चढ़दी कला नाल समाज के सामने गल्लां लैके आईए। रिस्क लैने सिखो जिंदगी के अंदर, लैने पैंदे हुंदे। जिहड़े बंदे रिस्क नहीं लैंदे उस कदी भी जिंदगी के अंदर कामयाब भी नहीं होंदे। जिहड़ा बंदा रात नूं उठ के पढ़ेगा ना उहदा ही रिजल्ट चंगा आए। एवें थोड़ी बाणी च लिखिआ दुख दारू सुख रोग पया, दुख दारू है तो सुख रोग है। ये तुहाडी वेखो जिंदगी च दुख ते सुख दोवें ही आउणे ने। ये फैसला तुसीं कर लो। जे पहला सुख लै लोगे तो बाद विच दुख आ जाऊगा, तो जे पहला दुख हंडा लोगे तो फिर बाद विच सुख आ जाऊगा। ये तुसीं फैसला कर लो भी किहड़ी चीज़ पहला चाहिए। हुण कई बंदिआं नूं सवेरे सौण का बहुत स्वाद आउंदा, कहंदे सुख बड़ा मज़ा आउंदा सवेरे सवेर। सारी रात नहीं स्वाद आउंदा सौण का, कदों मज़ा आउंदा सवेरे सवेर बड़ा। लै लो सुख, लै लो थोड़े दिन, पर शरीर का बैलेंस विगड़ जाना है। सवेरे ना टाइम नाल उठण करके सेहत विगड़ जानी है, गोडियां च हालत खराब हो जानी, गोडियां दी पेट वध जाना, तो बाद च फिर वो जिहड़ा सुख लिया उहदा दुख झल्लण लई भी तैयार रहो। फिर तो जिहड़ा बंदा सवेरे तरो ताज़ा हो जाए, उठ के समय सिर उठे, चंगे वातावरण में रहे, चंगी इन्वायरमेंट में थोड़ा जिहा घूमे, तो वह बंदा फिर सेहत ठीक रहिंदी है उहदी। फिर वो पहला दुख झल रहिंदा थोड़ा जिहा, तो बाद च उहदी जिंदगी च सुख आ जाता। इदां ही भावें किसी लैवल ते वेख लिओ। स्कूल जाने वाला बच्चा हुण पढ़ना लगदा तो दुख है, टीचर दीयां गल्लां सुनो, सारे घरदियां दीयां सुनो,
बार बार एको ही गल कही जाते हैं, पढ़ लिया कर, उठिया कर टाइम नाल, किते किताब नूं हथ ला लिया कर, छड्ड दे फोन का खैड़ा, ऐं कहते रहंदे ना घर दे। तो जो घर दे कहते ना छड्ड दे फोन का खैड़ा, पढ़ लिया कर, तो सब तो वड्डा दुश्मन उस बच्चे नूं कौन लगदा भला? वस नहीं चलता, नहीं तो सच्ची मुच्ची पता नहीं की करे। कई बार तो बाहर जाके कहते साडे घर ते पता नहीं किन्ने क औरंगजेब फिरदे, कहते ना बाहर जदों इदां ढाणियां च बहिंदे ना, साडे घर ते हर बंदा ही हिटलर है। क्यों है भला? वो कहते रहंदे इदां भी पढ़िया कर, उठिया कर टाइम नाल, सवेरे जिहड़ा सवेरे उठण लई आवाज़ मारे, जिहड़ा सवेरे सवेरे कहे भी उठ पुੱਤ तड़के घड़ी, वो चंगा लगता बंदा? ना ना, वो सब तो भैड़ा लगता बंदा। आ बंदा साडे घर ना होवे तो सुख का साह आ सकता। पर ये चेता रखो, उस सुख का साह लियाउण वास्ते ही ठा रहा। भावें कि बाणी ने कहा वेला कोई अमृत नहीं हुंदा, पर तुसी अपनी जिंदगी के अंदर ये चीज़ों को ध्यान नाल शरीर लई दी केयर करनी तो सीखो ना। जिहड़ा बंदा खुद दी केयर नहीं कर सकता, उन्हें दुनिया तो की खट लेना। जिहड़ा बंदा अपने आप लई जिम्मेवार नहीं, मैं बड़ी बार कहना हुन्ना, साडे बंदे इन्ने उदमी ने ना, इन्ने उदमी ने, उदम तो साडे च इन्ना कमाल दा है ना, प्रशादा छकदे होण ते आले दुआले वेखी जाते भी थाली जे कोई चुक के लै ही जाए ना। कई बंदे ना चलाक बड़े होंदे ने, इदां प्रशादा छक के ना नाल दे नूं कहणगे थाली मैनूं दे दे, तो फिर कहंदा नहीं नहीं कोई नहीं मैनूं दे दो, फटाफट उहदे गाड़ी रख दिंदे भी चुक, फिर मैं तो पहले ही ये चाहुंदा सी। वो सेवादार नहीं होंदे, थाली मंग नहीं रहे होंदे, असल जो देना चाहुंदे होंदे आ। और सीधा किदां कहण भी आ चुक थाली लै जा मेरी, इदां फड़े जाणगे। दिमाग वेखो किड्डा तेज है बंदे, किन्ने इंटैलीजेंट ने बंदे। तक एक किन्ना हुण वेखो इन्ना दिमाग, जे इहनूं सीधे बन्ने लाया जाए भला, इन्ना इंटैलीजेंट दिमाग, इन्ने तेज तराड़ बंदे, इहनूं सीधे बन्ने लाया जाए तो सच्ची मुच्ची अज भी साडे च साहिबजादे ने, अज भी असीं गुरु तेग बहादुर पातशाह जी दे धीआं पुੱਤ आ। तुसीं वेखिआ ना दिल्ली, ਜਿਹੜੇ ਬੰਦੇ ਮੰਜੇ ਤੋਂ ਉੱਠ ਕੇ ਪਾਣੀ ਦਾ ਕੱਪ ਨਹੀਂ ਸੀ ਨਾ ਪੀਂਦੇ, ਸਬਜ਼ੀਆਂ ਬਹੁਤ ਸਵਾਦ ਬਣਾਉਂਦੇ ਸੀ ਉੱਥੇ। ਕਈ ਵਾਰ ਘਰ ਦੇ ਵੀ ਹੈਰਾਨ ਸੀ ਵੀ ਘਰ ਦੇ ਪਾਣੀ ਨਹੀਂ ਸੀ ਪੀਂਦੇ ਆਪੇ। ਬੜੀਆਂ ਚੀਜ਼ਾਂ ਸਿਖਾਈਆਂ ਸੰਘਰਸ਼ ਨੇ, ਕਈਆਂ ਨੂੰ ਸਬਜ਼ੀਆਂ ਬਣਾਉਣੀਆਂ ਆ ਗਈਆਂ, ਕਈਆਂ ਨੂੰ ਰੋਟੀਆਂ ਪਕਾਉਣੀਆਂ ਆ ਗਈਆਂ। ਹੁਣ ਪਤਾ ਨਹੀਂ ਘਰ ਆਣ ਕੇ ਮਦਦ ਕਰਾਉਣਗੇ ਨਹੀਂ ਕਰਾਉਣਗੇ, ਉਹ ਰੱਬ ਜਾਣੇ, ਪਰ ਉੱਥੇ ਕਰਦੇ ਸੀ। ਤੁਹਾਡੇ 'ਚੋਂ ਬਹੁਤ ਬੰਦੇ ਆ ਜਿਨ੍ਹਾਂ ਨੇ ਰੋਟੀਆਂ ਥੱਲੀਆਂ ਹੋਣੀਆਂ ਉੱਥੇ ਜਾ ਕੇ, ਅੱਗਾਂ ਡਾਈਆਂ ਹੋਣੀਆਂ ਜਾ ਕੇ। ਪਰ ਹੁਣ ਇਦਾਂ ਹੀ ਰੱਖਿਓ, ਫਿਰ ਘਰ ਵੀ ਕਿਤੇ ਕਿਤੇ ਇਦਾਂ, ਜੇ ਕਿਤੇ ਮਾਂ ਢਿੱਲੀ ਹੋਵੇ, ਪਤਨੀ ਢਿੱਲੀ ਹੋਵੇ, ਉਹਨੂੰ ਕਹੋ ਕੋਈ ਗੱਲ ਨਹੀਂ ਤੂੰ ਆਰਾਮ ਕਰ ਘੜੀ, ਮੈਂ ਲਾ ਦਿੰਦਾ ਦੋ, ਪਰ ਘਰ ਫਿਰ ਸਰਦਾਰੀ ਦਾ ਕਿੱਲਾ ਅੜ ਜਾਣਾ, ਧੌਣ 'ਚ ਬਿੱਲਾ ਹੈ, ਮੈਂ ਬਣਾ ਕੇ ਖਵਾਵਾਂ ਇਹਨੂੰ ਹੁਣ। ਨਹੀਂ ਨਹੀਂ, ਇਹੋ ਹੀ ਅਸਲ 'ਚ ਜ਼ਿੰਦਗੀ ਦਾ ਸਵਾਦ ਹੈ, ਇਹੋ ਹੀ ਹੈ ਮਿਠਾਸ, ਇਹੀ ਹੈ ਸੁੱਖ, ਜਿਹੜਾ ਗੁਰੂ ਸਾਹਿਬ ਜੀ ਨੇ ਲੈਣ ਦੀ ਜਾਚ ਸਿਖਾਤੀ ਸਾਨੂੰ ਵੀ ਸੁੱਖ ਜ਼ਿੰਦਗੀ 'ਚ ਲੈਣੇ ਕਿੱਦਾਂ। ਜਦੋਂ ਤੁਸੀਂ ਇਹ ਸੁੱਖ ਸਮਝ ਲੈਣਾ ਆਪਣੀ ਲਾਈਫ ਦੇ ਅੰਦਰ, ਤੇ ਤੁਹਾਨੂੰ ਅੰਦਾਜ਼ਾ ਲਾ ਲਿਓ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਸਾਨੂੰ ਆਮ ਜ਼ਿੰਦਗੀ 'ਚ ਸਕੂਨ। ਜੇ ਘਰ ਦੇ ਚਾਰ ਜੀ ਸਵੇਰੇ ਇੱਕ ਦੂਜੇ ਨੂੰ ਖਿੜ ਕੇ ਮਿਲਣ, ਹੱਸ ਕੇ ਮਿਲਣ, ਐਂ ਖਿੜੇ ਖਿੜੇ ਜੇ ਹੋਣ, ਬਾਪੂ ਵੱਲ ਵੇਖ ਕੇ ਬੇਬੇ ਨੂੰ ਚਾਹ ਚੜ੍ਹੇ, ਬੇਬੇ ਵੱਲ ਵੇਖ ਕੇ ਬਾਪੂ ਨੂੰ, ਪੁੱਤ ਨੂੰ ਨੌਂ ਵੱਲ, ਨੌਂ ਨੂੰ ਸੱਸ ਵੱਲ, ਤਾਂ ਤੁਸੀਂ ਸਮਝ ਲਓ ਸਵਰਗ ਹੋਰ ਕੀ ਹੁੰਦਾ। ਤੇ ਜੇ ਸਵੇਰੇ ਉੱਠਦੇ ਆ ਤਿਉੜੀਆਂ ਪੈ ਜਾਣ ਮੱਥੇ ਤੇ, ਵੀ ਲੱਗ ਗਿਆ ਮੱਥੇ ਬੁੱਢਾ, ਫਿਰ ਲਾਗੀ ਪੁੱਠੇ ਪੈਰਾਂ ਵਾਲੀ, ਐਂ ਕਹਿੰਦੇ ਪਿੰਡਾਂ 'ਚ, ਲਾਗੀ ਪੁੱਠੇ ਪੈਰਾਂ ਵਾਲੀ ਸਵੇਰੇ ਸਵੇਰੇ ਲੈ ਲਿਓ ਸੁੱਖ। ਫਿਰ ਕਹਿਣਗੇ ਮਹਾਰਾਜ ਨਰਕਾਂ 'ਚ ਨਾ ਪਾਈ, ਤੇ ਮਹਾਰਾਜ ਵੀ ਸੋਚਦੇ ਹੋਣੇ ਵੀ ਨਰਕ ਕੋਈ ਛੱਡਿਆ ਤੂੰ ਜਿਹੜਾ ਤੈਨੂੰ ਪਾਵਾਂ ਨਾ, ਸਾਰੇ ਤੇ ਭੋਗ ਆਏ ਆ, ਕਿਤੇ ਨਰਕ ਸੁਰਗ, ਇੱਥੇ ਹੀ ਨਰਕ ਹੈ, ਇੱਥੇ ਹੀ ਸਵਰਗ ਹੈ।
ਜਿਹੜਾ ਸਾਰਾ ਟੱਬਰ ਸਵੇਰੇ ਇੱਕ ਦੂਜੇ ਨੂੰ ਖਿੜਿਆ ਖਿੜਿਆ ਜਾਂ ਮਿਲੇ, ਸ਼ਾਮ ਨੂੰ ਖਿੜੇ ਖਿੜੇ ਜੇ ਇੱਕ ਦੂਜੇ ਨੂੰ ਮਿਲ ਕੇ ਆਰਾਮ ਕਰ ਲੈਣ ਤੇ ਆਰਾਮ ਨਾਲ ਪੈਂਦਿਆਂ ਹੀ ਨੀਂਦ ਆ ਜੂ। ਪਰ ਐ ਮੱਥੇ ਤੇ ਤਿਉੜੀਆਂ ਪਾ ਕੇ ਆਪਣੇ ਆਪਣੇ ਸਿੰਘਾਸਣ ਤੇ ਜਾਂਦੇ ਆ, ਫਿਰ 2 ਘੰਟੇ ਲਾਉਂਦੇ ਵੀ ਪਤਾ ਨਹੀਂ ਇਹਨੂੰ ਹੋਇਆ ਕੀ, ਮੂੰਹ ਪਤਾ ਨਹੀਂ ਕਿਉਂ ਬਣਾਇਆ ਸੀ ਇਹਨੇ। 12 ਵੱਜ ਜਾਂਦੇ, ਨੀਂਦ ਆਉਂਦੀ ਨਹੀਂ, ਦਿਮਾਗ ਚੈਨ ਚੱਲੀ ਜਾਂਦਾ। ਉਧਰੋਂ ਸਵੇਰੇ ਭਾਈ ਸਾਹਿਬ ਜੀ ਸਪੀਕਰ 'ਚ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ, ਕਹਿੰਦੇ ਲੈ ਹੁਣ ਭਾਈ ਨੇ ਸ਼ੁਰੂ ਕਰ ਲਿਆ ਵੀ ਸੌਂ ਲੈਣ ਦੇ ਘੜੀ, ਹੁਣੀ ਤੇ ਅੱਖ ਲੱਗੀ ਆ। ਇਹ ਕਿਉਂ ਚੱਲਦਾ ਏਦਾਂ ਦਿਮਾਗ 'ਚ ਭਲਾ? ਕਿਉਂਕਿ ਸੁੱਖਾਂ ਦੀ ਪਰਿਭਾਸ਼ਾ ਬਦਲਦੀ। ਤੁਸੀਂ ਇਸ ਬਾਪੂ ਤੋਂ ਸਿੱਖੋ ਸੁੱਖ ਦੀ ਪਰਿਭਾਸ਼ਾ। ਕੈਸੇ ਹੋਣੇ ਉਹ ਸਿੱਖ? ਕਿੱਦਾਂ ਦੇ ਹੋਣਗੇ? ਜਿਹੜੇ ਦਰਖਤਾਂ ਦੇ ਪੱਤੇ ਭਰੂ ਕੇ ਖਾਂਦੇ ਆ। ਵਾਹ, ਵਾਰੇ ਵਾਰੇ ਜਾਈਏ। ਕੈਸੀ ਹੋਣੀ ਉਹ ਕੌਮ? ਕਿੱਦਾਂ ਦੇ ਹੋਣੇ ਜਿਗਰੇ ਉਹਨਾਂ ਦੇ, ਜਿਹੜੇ ਘੋੜਿਆਂ ਦੀਆਂ ਕਾਠੀਆਂ ਤੇ ਰਾਤ ਗੁਜ਼ਾਰ ਕੇ ਸਵੇਰ ਦਾ ਦਿਨ ਚੜ੍ਹਦਾ ਹੈ, ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਤੇ ਆ ਸ਼ਬਦ ਸਨ ਸਾਡੇ, ਕੀ ਹਾਲ ਹੈ, ਤੇ ਕਹਿੰਦੇ ਸੀ ਚੜ੍ਹਦੀ ਕਲਾ ਹੈ। ਦਰਖਤਾਂ ਦੇ ਪੱਤੇ ਭਰੂ ਕੇ ਖਾ ਕੇ ਸੁੱਤੇ ਸਨ ਉਹ, ਘੋੜਿਆਂ ਦੀਆਂ ਕਾਠੀਆਂ ਤੇ ਰਹਿਣ ਬਸੇਰਾ ਸੀ ਉਹਨਾਂ ਦਾ। ਤੇ ਇਹ ਨਹੀਂ ਸੀ ਪਤਾ ਕਿੰਨਾ ਚਿਰ ਰੋਟੀ ਨਹੀਂ ਮਿਲਣੀ। ਔਰ ਇਤਿਹਾਸ ਨੇ ਦੁਹਰਾਈਆਂ ਇਹ ਗੱਲਾਂ। ਰੋਟੀਆਂ ਪੱਕੀਆਂ ਛੱਡ ਕੇ ਵੀ ਤੁਰਨਾ ਪੈ ਜਾਂਦਾ ਸੀ ਉਹਨਾਂ ਨੂੰ, ਪੱਕੀ ਰੋਟੀ ਛੱਡ ਜਾਂਦੇ ਸਨ। ਪਰ ਮੇਰੀ ਕੌਮ ਨੇ ਮਰਜ਼ੀ ਵੜੇ ਪੈਦਾ ਕੀ। ਇਤਿਹਾਸ ਐਵੇਂ ਗੱਲਾਂ ਨਾਲ ਨਹੀਂ ਬਣਦੇ। ਇਤਿਹਾਸ ਬਣਾਉਣ ਵਾਸਤੇ ਤੁਹਾਨੂੰ ਘਾਲਣਾਵਾਂ ਘਾਲਣੀਆਂ ਪੈਂਦੀਆਂ। ਜੇ ਅੱਜ ਵਕਤ ਦੀ ਹਕੂਮਤ ਨੇ ਪੰਜਾਬ ਵਿੱਚ ਰਹਿੰਦੇ, ਜਿਹਨੂੰ ਕੱਲ ਤੱਕ ਕਹਿੰਦੇ ਸੀ ਇਹ 2% ਨੇ, ਜੇ ਅੱਜ 2% ਦੀ ਗੱਲ 11 ਮਹੀਨਿਆਂ ਬਾਅਦ ਆਰਾਮ ਨਾਲ ਹੀ ਮੰਨ ਲਈ ਹੈ, ਇਹਦਾ ਮਤਲਬ ਹੈ ਉਹਨਾਂ ਨੇ 550 ਸਾਲ ਦਾ ਇਤਿਹਾਸ ਫਰੋਲ ਕੇ ਵੇਖਿਆ। ਮੰਨ ਜਾਓ, ਨਹੀਂ ਤੇ ਇਹਨਾਂ ਨੂੰ ਮਨਾਉਣਾ ਆਉਂਦਾ। ਉਹਨਾਂ ਦੇ ਬੰਦੇ ਬੋਲਦੇ ਸੀ ਨਾ, ਤੁਸੀਂ ਕਈ ਉਹਨਾਂ ਦੇ ਲੀਡਰਾਂ ਦਾ ਸੁਣਿਆ ਹੋਣਾ, ਉਹ ਇਹਨਾਂ ਦੀ ਮੰਨ ਜਾਓ ਗੱਲ, ਇਹਨਾਂ ਦੀ ਸੁਣ ਲਓ, ਇਹ ਭੁੱਲਦੇ ਨਹੀਂ ਜੇ। ਇਹਦਾ ਮਤਲਬ ਇਤਿਹਾਸ ਫਰੋਲਦੇ ਹੋਣੇ ਨੇ ਨਾ। ਉਹ ਤਾਂ ਹੀ ਸੀ ਕਿਉਂਕਿ ਤੁਹਾਡੇ ਪੁਰਖਿਆਂ ਦਾ ਇਤਿਹਾਸ ਤੁਹਾਡੀ, ਐਵੇਂ ਥੋੜੀ ਕਿਸੇ ਨੇ ਕਿਹਾ ਸੀ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ। ਅਸੀਂ ਲਹੂ ਦੇ ਰੰਗ ਤੇ ਮਾਣ ਕਰਦੇ। ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ। ਅਸੀਂ ਜਾਣਦੇ ਕਿੰਜ ਕੁਰਬਾਨ ਹੋਣਾ ਧਰਮ ਦੀ ਇੱਕ ਇੱਕ ਮੰਗ ਉੱਤੇ। ਸੋ ਗੁਰੂ ਕੇ ਪਿਆਰਿਓ, ਮਾਣ ਵੀ ਕਰੋ ਤੇ ਇਤਿਹਾਸ ਨੂੰ ਜਿਉਂਦਿਆਂ ਵੀ ਰੱਖੋ। ਤੇ ਜਿਉਂਦਿਆਂ ਤਾਂ ਰਹੇਗਾ ਜੇ ਤੁਸੀਂ ਆਪਣੇ ਘਰਾਂ ਵਿੱਚ, ਆਪਣੇ ਪਰਿਵਾਰਾਂ ਵਿੱਚ, ਆਪਣੇ ਬੱਚਿਆਂ ਵਿੱਚ ਇਸ ਤਰ੍ਹਾਂ ਦਾ ਮਾਹੌਲ ਸਿਰਜੋਗੇ। ਕਿਸੇ ਨੂੰ ਵੇਖ ਕੇ ਹੱਸਣ ਦੀ ਆਦਤ ਪਾਓ, ਕਿਸੇ ਨੂੰ ਵੇਖ ਕੇ ਰੋਣ ਵਾਲਾ ਸੁਭਾਅ ਨਾ ਬਣਾਓ। ਹੱਸਿਆ ਕਰੋ। ਤੇ ਸਾਨੂੰ ਰੋਣਾ ਹੀ ਪੈ ਜਾਂਦਾ। ਅਸੀਂ ਕਿਸੇ ਨੂੰ ਸੌਖਾ ਵੇਖ ਕੇ ਹੱਸ ਨਹੀਂ ਸਕਦੇ। ਕਿਸੇ ਦਾ ਪੁੱਤ, ਧੀ, ਬੱਚਾ ਕੋਈ ਇੰਟੈਲੀਜੈਂਟ ਨਿਕਲ ਆਏ, ਸਾਨੂੰ ਤਾਪ ਚੜ ਜਾਂਦਾ। ਕੋਈ ਕਾਮਯਾਬ ਹੋ ਜਾਏ, ਸਾਨੂੰ ਬੜੀ ਤਕਲੀਫ ਹੁੰਦੀ ਹੈ। ਤੇ ਕੋਈ ਫੇਲ ਹੋ ਜਾਏ ਤੇ ਸਾਨੂੰ ਬੜਾ ਚਾਅ ਚੜਦਾ। ਹੁਣ ਆਊ ਅਕਲ ਟਿਕਾਣੇ, ਤੈਨੂੰ ਕੀ ਮਿਲ ਜੂ ਬਈ? ਮੰਨਿਆ ਆਜੂ ਉਹਨਾਂ ਦੀ, ਤੈਨੂੰ ਕੀ ਮਿਲੂ? ਕਾਹਦੇ ਲਈ ਚੌੜਾ ਹੋਇਆ ਫਿਰਦਾ? ਤੈਨੂੰ ਮਿਲ ਜਾਣਾ ਕੁਝ। ਨਾਲੇ ਤੇਰੇ ਪੁਰਖਿਆਂ ਨੇ ਨਾ 550 ਸਾਲ ਲਾ ਕੇ ਤੇਰੀ ਜ਼ੁਬਾਨ ਤੇ ਇੱਕ ਨਾਅਰਾ ਬੁਲੰਦ ਕਰਾ ਗਏ ਸੀ, ਤੇਰੇ ਪੁਰਖੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਐਵੇਂ ਨਹੀਂ ਹੋਇਆ ਇਹ। ਤੇਰੇ ਭਾਣੇ 'ਚ ਤਾਂ ਸਰਬੱਤ ਦਾ ਹੀ ਭਲਾ ਹੈ। ਤੁਸੀਂ ਵੇਖਿਆ ਹੋਣਾ, ਮੁਸਲਮਾਨ ਵੀਰਾਂ ਨੂੰ ਨਮਾਜ਼ ਨਹੀਂ ਸੀ, ਅੱਜ ਦੇ ਦੌਰ 'ਚ ਨਮਾਜ਼ ਨਹੀਂ ਸੀ ਪੜ੍ਹਨ ਦਿੰਦੇ। ਕਹਿੰਦੇ ਸੀ ਨਹੀਂ ਪੜ੍ਹਨੀ ਤੁਸੀਂ ਇੱਥੇ। ਤੇ ਸਾਡੇ ਸਿੱਖ ਭਰਾਵਾਂ ਨੇ ਕਿਹਾ ਗੁਰਦੁਆਰੇ ਪੜ੍ਹ ਲਓ ਆ ਕੇ। ਯਾਰ ਕੀ ਫਰਕ ਪੈ ਜਾਏਗਾ ਇਹਦੇ ਨਾਲ? ਪੜ੍ਹ ਲਓ ਇੱਥੇ, ਸਾਡੇ ਗੁਰੂ ਨੂੰ ਕੋਈ ਫਰਕ ਨਹੀਂ ਪੈਣਾ ਇਹਦੇ। ਸਾਡਾ ਗੁਰੂ ਵੱਡਾ ਹੈ ਤੇ ਵੱਡਾ ਹੀ ਰਹਿਣਾ। ਇਹੀ ਵਡਿਆਈ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਅਸੀਂ ਕਈ ਵਾਰ ਏਦਾਂ ਗਿਲੇ ਸ਼ਿਕਵੇ ਕਰਨ ਲੱਗ ਜਾਂਦੇ ਹਾਂ। ਅਸੀਂ ਕਈ ਵਾਰ ਏਦਾਂ, ਸਾਨੂੰ ਰੱਬ ਨੇ ਦਿੱਤਾ ਕੀ ਆ, ਸਾਨੂੰ ਰੱਬ ਨੇ
ਸਾਡੇ ते ਇਹ ਰਹਿਮਤ नहीं की। गुरु तेग बहादुर पातशाह जी कहते तन दिता है ना, हर बंदे को तन है ना, बाकी कुछ भी ना होवे, तन थोड़ी गल है किते। जिहदे कोल आ एक अंगूठा नहीं ना, उन्होंने पुछ के वेखो की कीमत तन की। जिहदे कोल आ एक उंगल नहीं है ना, उन्होंने पुछ के वेखो भी तन की कीमत की है। लिखण लग्या समस्या नहीं आउंदी उहनूं। जिहदे पैर का एक अंगूठा नहीं, उन्होंने पुछ के वेखो भी कीमत की है तन की। सानू मिलिया इस करके सानू कीमत ही नहीं पता है। जिहदा एक पैर नहीं, उन्होंने पुछ के वेखो कीमत की है तन की। ते महाराज कहते तन धन जिह तोको दियो, जिन्हें तन ते धन खाण जोगा तो दिता ही है ना, रोटी तो खा के ही सौने ना असी। तन धन जिह तोको दियो तास्यो नेह ना कीन। बंदे तू ओहदे नाल ही प्यार नहीं करदा, किड्डा बदकिस्मत है तू। कोई तेनू माड़ा जिहा लिफ्ट दे दे, कोई माड़ा जिहा तेनू चार चीज़ां खवा दे, तू 15-50 बंदियां नूं दसदा फिरदा भी फलाने ने मैं फलाने थां ते गया, फलाने ने मैनू ऐ कीता। ते जिन्हें तन ते धन दिता है, खाण जोगा दिता है, जिहदे करके तुरिया फिरदा है, तास्यो नेह ना कीन कहो नानक नर बावरे अब क्यों डोलत दीन। ओ कमलिया क्यों डोलदा है तू, काहे डोलै प्राणियां तुद राखेगा सिरजनहार। जिन पैदाइश तू किया सोई दे आधार। जिन्हें पैदा किया है उन्हें तेनू आधार आसरा भी दिता, डिगण नहीं दिता। ये ठीक है, असीं उहदे आसरे च आउणा नहीं चाहुंदे। तुसीं रोजाना पढ़दे हो, तुहानूं याद है, मैं दोहरा दिना। तू ठाकुर बोलो गज के, तू ठाकुर तुम पै अरदास, जियो पिंड सब तेरी रास। ਇਹਦਾ मतलब है तू रोज हथ जोड़ के गुरु नूं कहना जियो ते पिंड, मेरे अंदर दे सवास ते ये शरीर तेरा है। ते जिहदा होवे फिर ओहदे हिसाब नाल ही इहनूं वरतीदा, जिहदा होवे ओहदे हिसाब नाल ही वरतीदा। जियो पिंड सब तेरी रास, तुम मात पिता हम बारिक तेरे। अगे की है तुमरी मैं सुख कनेरे, तेरी कृपा च सुख। सानू नहीं चाहिए किसी की कृपा, असी गुरु की कृपा च रह लेने। ते गुरु नूं कह दिंदे कर कृपा कृपाल आपे बख्श लै, सदा सदा जपी तेरा नाम सतगुर पाए पै। गुण गावां दिन रैण, मालका मेहर करी दिन रात तेरे गुण गाई जावां। इते कम लाए संत जना के संग होमै रोग जाए। कर कृपा कृपाल आपे बख्श लै, सदा सदा जपी तेरा नाम सतगुर पाए। तेरे तेरे पैरों च पै के तेरा नाम जपदा रहा। पर महाराज कहते कहो नानक नर बावरे अब क्यों डोलत दीन। फिर एक शब्द होर वरतिया गुरु तेग बहादुर पातशाह जी ने उन्हां सलोकां विच, कहते तन धन संपै सुख दियो। तन धन संपै सुख दियो। तन दिता धन दिता संपत्ति दिती, ते महाराज ने यह भी कहा नाल सुख भी दिते। ते अगे शब्द वरते अरजह नीके धाम, सोना घर भी दिता। ते फिर महाराज सच्चे पातशाह कहते कहो नानक सुन रे मना सिमरत काहे ना राम। हुण तो तेरा लामा भी कोई नहीं, भी मेरे को है कुछ नहीं है, असीं आम करके लामे दिंदे आ। वैसे सिख लामा नहीं दिंदा। मैं तुहानूं पहलां कहा सिख झोपड़ी विच रह के भी रब दे गुण गा लैंदा। भली सुहावी छापरी जां मह गुण गाए, कित ही कामना धौलर जित हर बिसराए। मैल नहीं किसे काम दे जे रब भुल गया। श्री राग का पहला शब्द पढ़ लियो, मोती तां मंदर उसरै रतनी तां होए जड़ाओ। कस्तूर कुंगू अगर चंदन लीप आवे चाओ। पर एक गल कही महाराज ने, कहते मत देख भूला मिसरै तेरा चित ना आवे ना। ये ना होवे इन्हां नूं वेख के रब भुल जाए। ते जे रब भुल गया तो सारा कुछ हर बिसरत सदा खुआए। रब भुलण नाल सारा कुछ तैश नैश हो जाना। आखां जीवां विसरै मर जाऊं। भावें के काम औखा है, आखण औखा
आखना सौखा थोड़ी है किते, पर महाराज कहते जे विसर गया तो मौत हो जानी है, शरीर ही रह जाना है। इस करके आओ कोशिश करिए, जतन करिए, ध्यान नाल सुनिया करिए, जो सुनते उन्होंने समझिए, जो समझ विच आउंदा उन्होंने लागू करिए। इत्थों आपां गल शुरू की सी, सुनिए समझिए, जो समझ विच आउंदा उन्होंने अपनी जिंदगी दे अंदर लागू करिए। जे किसे वाल वेख के खुश नहीं हो सकते तो किसे दी चढ़दी कला वाल वेख के दुखी होने का भी सानू कोई हक नहीं है। जे किसी को हल्लाशेरी नहीं ना दे सकते तो किसी के पैर खिंचण का भी हक नहीं तुहाडे कोल। कोशिश करो हल्लाशेरी दो, शाबाश तगड़ा हो, नाल आ तेरे अस। जे कोई पिंड का धी पुत पिंड का ही होवे, साडा अपना ही है ना, असीं इदां ही मनदे आ, पंजाबीयत ऐ ही मनदी, असीं पिंड के बच्चों को अपने पिंड की भैन पिंड की धी साडी अपनी धी हुंदी है। चलो जे किसी थां ते साडा पुत नहीं कामयाब होया, जे साडे पिंड दा होया ते ना ते पिंड दा भी होना ही है ना, फिर उन्होंने शाबाश दो, तगड़ा हो। चाहुंदा सी मैं कि अपने पिंड चों कोई अगे जावे, चल तेरे राही सही। जे कोई पिंड की धी कामयाब हुंदी है तो उहदे नाल सपोर्ट करो, मापियां दे नाल खलो दे, तगड़े हो, कोई गल नहीं, असीं सारा नगर नाल आ तुहाडे। ते की पता वो बच्ची वो धी सारे पिंड की नुहार बदल दे बाद, की पता की पता वो पुत ही सारे पिंड की नुहार बदल दे। पर असी सही अर्थां दे विच अंदरों जिहड़ा है ना, साडे अंदर जिहड़ा जहर है, साडे अंदर जिहड़ी नफरत है, साडे अंदर जिहड़ा तंग दिली है, साडे असी दूजे वाल वेख के खुश होना नहीं जानते। गुरु बाबा मेहर करे। महाराज सच्चे पातशाह कहते तन धन संपै सुख दियो, अरजह नीके धाम, कहो नानक सुनरे मना, सिमरत काहे ना राम। क्यों रब नूं याद नहीं करता? इत्थे भी राम नूं औंकड़ है, उत्ते जिहड़ा श्लोक आपां पहिलां पढ़िया सी उहदे राम नूं भी औंकड़ है, जिहदा अर्थ है रमिया होया परमात्मा अकाल पुरख वैगुरू। आओ उस परिपूर्ण परमात्मा अकाल पुरख वैगुरू के चरणों नाल जुड़न का यतन करिए। गुरु मेहर करे असी बाणी का एक एक शब्द सुन के समझ के अपनी जिंदगी के अंदर लागू करके बड़े ध्यान नाल एक दूजे के मददगार हो के बहुत कुछ बदलिया जा सकता है। सिखो, मान करया करो, भरोसा रखो इस गल ते, पूरी दुनिया च इक्को ही एक ग्रंथ ते इक्को ही एक गुरु साहिबान ने जिहड़े सारे समाज नूं एक प्लेटफॉर्म ते वेखना चाहुंदे ने, नहीं तो दुनिया वेखना नहीं चाहुंदी। अज बहुत नफरत का बोलबाला है। सिर्फ तो सिर्फ इक्को ही ग्रंथ है जिहड़ा कहंदा खत्री ब्राह्मण शूद वैश उपदेश चौं वर्णा को सांझा। इक्को ही है जिहड़ा कहंदा तू सांझा साहिब बाप हमारा, बाकी सारियां ने अपने अपने माई बाप बनाए, ये कहंदा सारियां दा इक्को ही है। इस करके नफरत भी गुरु ग्रंथ साहब जी दे नाल ना, तंग दिल बंदे जिहड़े जिहड़े तंग दिल लोग ने ना, उन्हां दी नफरत भी गुरु ग्रंथ साहब नाल तां ही है क्योंकि किसी वड्डे दायरे नाल जोड़ दिंदा है। जिहड़ी मैं बेनती करदा सी, सतगुर दी शरण गुरुद्वारे दी हदूद नहीं हुंदी, सतगुर दी शरण पूरा संसार है। ये फर्क पाया। बाबे नानक ने मक्के जाके की किया सी काजियां नूं, अल्लाह कित्थे रहिंदा है? वो कहंदे सी इहदे च रहिंदा है। मेरे बाबे ने उन्हां नूं सवाल कीता सी, जे अल्लाह इत्थे रहिंदा है ते बाकी मुल्क विच कौन रहिंदा है? दसो। ते अज सिखां नूं भी सवाल होणगे, सिख भी ऐं ही कहंदे ने सानूं गुरुद्वारे झूठ बोलो, गुरुद्वारे झूठ नहीं बोलना चाहिए। बाहर जाके गुरुद्वारे तो बाहर बोल लेना चाहिए, पर इसका मतलब तो यही बनया भी जे गुरुद्वारे नहीं बोलना तो बाहर बस बोलना ही नहीं है, झूठ बोलना ही नहीं। ये गुरुद्वारे वाली तो अपने कोलों बनाई आपां गल, क्योंकि आप हर थां ते सच्चे रह नहीं सकते, फिर आप एक दायरा मिथ लिया भी इन्ने क थां च तां सच्चे रह ही सकते, नहीं बोलना ही नहीं। साडे सिख चंगे भले कई पग बन्नी होएगी, दस्तार सजाई होएगी, आ जाओ गुरुद्वारे मत्था टेक आइए, नहीं सवेरे जाऊँगा, हुण ते मैं गुरुद्वारे बोलो, पता तो लग गया तुहानूं, हुण मैं गुरुद्वारे जाण जोगा, सवेरे हो जाएगा जाण जोगा। अगला कहता नहा के हो ही जाना जाण जोगा। अच्छा बाहर तो पिया ही नहीं कुछ तेरे, जिहदे करके तू हुण भी गुरुद्वारे जाण जोगा, वो सवेरे कित्थे जानी है? सवेरे उठ के नहा ही लएगा ना, 4 मग पानी दे पा लेगा शरीर ते,
ਤੇ ਤੇਰਾ ਸਰੀਰ ਥੋੜੀ ਗੰਦਾ ਹੋਇਆ ਵੀ ਤੂੰ ਗੁਰਦੁਆਰੇ ਨਹੀਂ ਜਾਣ ਜੋਗਾ। ਸਰੀਰ ਤੇ ਚੰਗਾ ਭਲਾ ਹੈ, ਜਿਹਦੇ ਕਰਕੇ ਤੂੰ ਗੁਰਦੁਆਰੇ ਨਹੀਂ ਜਾਣ ਜੋਗਾ, ਉਹ ਤੇ ਸਵੇਰੇ ਵੀ ਉਦਾਂ ਹੀ ਰਹਿਣਾ। ਪਰ ਬੰਦਾ ਹੁਣ ਵੇਖੋ ਕਿੱਡਾ ਭੁਲੇਖਾ ਹੈ ਬੰਦੇ ਨੂੰ ਵੀ ਸਵੇਰ ਤੱਕ ਉਹ ਐਡਜਸਟ ਹੋ ਜਾਣੀ ਹੈ ਤੇ ਫਿਰ ਮਹਾਰਾਜ ਨੇ ਕਹਿਣਾ ਚੱਲ ਕੋਈ ਨਹੀਂ, ਹੁਣ ਤੇ ਅਜੇ ਤਾਜ਼ਾ ਕੰਮ ਹੈ, ਮਹਾਰਾਜ ਗੁੱਸਾ ਹੀ ਨਾ ਹੋ ਜਾਣ ਕਿਤੇ। ਸ਼ਾਇਦ ਮਹਾਰਾਜ ਨੂੰ ਸਵੇਰ ਤੱਕ ਭੁੱਲ ਜਾਣਾ ਵੀ ਕੋਈ ਨਹੀਂ, ਹੁਣ ਤਾਂ ਨਹਾ ਧੋ ਕੇ ਆਇਆ ਬੰਦਾ ਨਾ। ਇਹ ਕਾਢ ਕਿਹਦੀ ਹੈ ਭਲਾ? ਸ਼ੈਤਾਨ ਦਿਮਾਗ ਦੀ। ਇਹ ਕਾਢ ਕਿਹਦੀ ਹੈ? ਤੇਜ਼ ਦਿਮਾਗ ਦੀ। ਕਿੱਡਾ ਤੇਜ਼ ਹੈ ਬੰਦਾ ਵੇਖੋ। ਸਿੱਖ ਨਸ਼ਾ ਨਹੀਂ ਕਰਦਾ, ਸਿੱਖ ਗੁਰਦੁਆਰੇ ਨਸ਼ਾ ਕਰਕੇ ਨਹੀਂ ਜਾਂਦਾ। ਇਹ ਅਸੀਂ ਆਪਣੇ ਕੋਲੋਂ ਬਣਾਈਆਂ ਗੱਲਾਂ। ਸਿੱਖ ਨਸ਼ਾ ਨਹੀਂ ਕਰਦਾ, ਗੁਰਦੁਆਰੇ ਨਸ਼ਾ ਕਰਕੇ ਨਹੀਂ ਜਾਂਦਾ। ਕਿੱਥੇ ਲਿਖਿਆ? ਸਾਰੇ ਗੁਰੂ ਗ੍ਰੰਥ ਸਾਹਿਬ ਤੁਹਾਡੇ ਚ ਬਾਣੀ ਪੜ੍ਹਨ ਵਾਲੇ ਬਹੁਤ ਵੀਰ ਭੈਣ ਬੈਠੇ ਨੇ, ਸਮਝਦਾਰ ਵੇ, ਮੈਨੂੰ ਦੱਸੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਕਿਤੇ ਵੀ ਗੁਰਦੁਆਰੇ ਨਸ਼ਾ ਕਰਕੇ ਨਹੀਂ ਜਾਣਾ? ਕੀ ਲਿਖਿਆ ਭਲਾ? ਨਸ਼ਾ ਨਹੀਂ ਕਰਨਾ। ਤੇ ਆਪਾਂ ਕਿੱਡੇ ਤੇਜ਼ ਆ, ਉਹ ਕਿੱਡੇ ਚਲਾਕ ਨਿਕਲੇ। ਆਪਾਂ ਬਣਾ ਲਿਆ ਕਿੱਦਾਂ? ਗੁਰਦੁਆਰੇ ਨਹੀਂ ਕਰਕੇ ਜਾਣਾ। ਮਹਾਰਾਜ ਕਹਿੰਦੇ ਇੱਥੇ ਕਿ ਨਾ ਕਰਕੇ ਆਈ, ਬਾਹਰ ਤਾਂ ਮੇਰੇ ਬੱਚਿਆ ਖੁੱਲਾ ਨੇ। ਕਿੰਨੇ ਦੇਤੀ ਖੁੱਲ ਤੁਹਾਨੂੰ? ਇਸ ਕਰਕੇ ਬਾਣੀ ਚੰਗੀ ਨਹੀਂ ਲੱਗਦੀ। ਹੁਣ ਨਸ਼ਾ ਸਰਕਾਰਾਂ ਨੂੰ ਕਿਉਂ ਚੁੱਭਦੀਆਂ ਨੇ ਬਾਣੀ ਦੀਆਂ ਗੱਲਾਂ ਭਲਾ? ਸਰਕਾਰ ਕਹਿੰਦੀ ਹੈ ਵੀ ਸਾਡੀ ਇਨਕਮ ਦਾ ਸਭ ਤੋਂ ਵੱਧ ਸੋਰਸ ਹੈ, ਜਿਹੜਾ ਸਭ ਤੋਂ ਵੱਧ ਸਾਡੀ ਇਕਨੋਮੀ ਅਪ ਹੁੰਦੀ ਹੈ, ਕਾਹਦੇ ਨਾਲ? ਹੁਣ ਬਣੂ ਗੱਲ ਗੁਰੂ ਨਾਨਕ ਨਾਲ ਉਹਨਾਂ ਦੀ ਭਲਾ? ਆਹ ਰੌਲਾ ਆ। ਮਹਾਰਾਜ ਕਹਿੰਦੇ ਜਿਹੜੀ ਚੀਜ਼ ਨੇ ਸਾਨੂੰ ਧੀਆਂ ਪੁੱਤਾਂ ਜੋਗੇ ਛੱਡਣਾ ਹੀ ਨਹੀਂ। ਇਨਕਮ, ਸਟੇਟ ਦੀ ਇਨਕਮ ਅਪ ਕਾਹਦੇ ਲਈ ਹੋਣੀ ਚਾਹੀਦੀ ਹੈ? ਸਾਡੇ ਬੱਚੇ ਖੁਸ਼ਹਾਲ ਰਹਿਣ, ਇਹਦੇ ਲਈ ਚਾਹੀਦੀ ਹੈ ਨਾ। ਹੋਰ ਕੀ ਮਤਲਬ? ਇਨਕਮ ਨੂੰ ਅਪ ਕਰਨ ਦਾ ਮਤਲਬ ਦੱਸ ਦਿਓ ਤੁਸੀਂ। ਇਹੀ ਹੁੰਦਾ ਵੀ ਸਟੇਟ ਦੇ ਲੋਕ ਖੁਸ਼ਹਾਲ ਰਹਿਣ। ਤੇ ਜੇ ਮਾਂ-ਬਾਪ ਨੇ, ਪਿਤਾ ਨੇ ਨਸ਼ੇ ਕਰ ਕਰਕੇ ਕਿਡਨੀਆਂ ਗੁਰਦੇ ਹੀ ਗਾਲ ਲੈ, ਤੇ ਤੁਸੀਂ ਲੱਖ ਬਚਾਇਆ, 5 ਲੱਖ ਸਾਨੂੰ ਪਿਓ ਤੇ ਲਾਉਣਾ ਪੈ ਗਿਆ ਆਪਣੇ ਤੇ। ਪਰ ਨਹੀਂ ਬੋਲਣਗੇ ਸਾਡੇ ਬੰਦੇ, ਨਹੀਂ ਇਹਨਾਂ ਚੀਜ਼ਾਂ ਤੇ ਚਰਚਾ ਕਰਦੇ। ਸਾਨੂੰ ਨਹੀਂ ਚਾਹੀਦੀ ਸ਼ਰਾਬ ਦੀ ਇਨਕਮ, ਸਾਨੂੰ ਨਹੀਂ ਚਾਹੀਦੀ ਨਸ਼ੇ ਦੀ ਇਨਕਮ। ਅਸੀਂ ਬਹੁਤ ਸਿੱਖ। ਸਰਕਾਰਾਂ ਕਹਿੰਦੀਆਂ ਸੀ 2-4 ਦਿਨ ਬੈਠਣਗੇ ਬਾਰਡਰ ਤੇ ਭੁੱਖ, ਜਦੋਂ ਰੋਟੀ ਨਾ ਮਿਲੀ ਆਪੇ ਤੁਰ ਜਾਣਾ। ਪਰ ਉਹਨਾਂ ਨੂੰ ਅਹਿਸਾਸ ਹੋਇਆ ਵੀ ਇਹ ਤੇ ਲਾਗੇ ਬੰਨੇ ਵਾਲਿਆਂ ਨੂੰ ਵੀ ਛਕਾਈ ਜਾਂਦੇ ਨੇ, ਆਪ ਤੇ ਇਹਨਾਂ ਨੇ ਭੁੱਖਿਆਂ ਕੀ ਰਹਿਣਾ। ਇੰਨੀ ਮਿਹਰ ਹੈ ਸਾਡੇ ਤੇ ਬਾਬੇ। ਸਾਡਾ ਨਿੱਕਾ ਜਿਹਾ ਕੰਮ ਹੈ ਲੰਗਰ ਵਾਲਾ, ਪਰ ਐਡਾ ਕਮਾਲ ਦਾ ਹੈ। ਗੁਰੂ ਨਾਨਕ ਦੇ ਧੀਆਂ ਪੁੱਤਾਂ ਦੇ ਲੰਗਰ ਤੋਂ ਬਿਨਾਂ ਹਰ ਬੰਦਾ ਉੱਥੇ ਕਹਿੰਦਾ ਸੀ ਜੇ ਸਿੱਖ ਨਾ ਹੁੰਦੇ ਇਹ ਮੋਰਚਾ 2 ਮਹੀਨੇ ਨਹੀਂ ਸੀ ਚੱਲਣਾ। ਭਾਵੇਂ ਕੋਈ ਦਬੀ ਆਵਾਜ਼ 'ਚ ਕਹਿੰਦਾ ਸੀ ਤੇ ਭਾਵੇਂ ਕੋਈ ਖੁੱਲੀ ਆਵਾਜ਼ 'ਚ ਕਹਿੰਦਾ ਸੀ, ਮੰਨਦਾ ਹਰ ਬੰਦਾ ਸੀ ਇਹ ਗੱਲ। ਲੰਗਰ ਨਾ ਹੁੰਦੇ ਤੇ ਨਹੀਂ ਚੱਲਣੀ ਸੀ ਗੱਲ। ਸੋ ਗੁਰੂ ਕੇ ਪਿਆਰਿਓ, ਆਓ ਸੁਣੀਏ, ਸਮਝੀਏ, ਜ਼ਿੰਦਗੀ 'ਚ ਲਾਗੂ ਕਰੀਏ। ਸੱਚੀ ਮੁੱਚੀ ਇਹਨਾਂ ਗੱਲਾਂ ਨੂੰ ਆਪਣੀ ਲਾਈਫ ਦਾ ਹਿੱਸਾ ਬਣਾਈਏ, ਸੁੱਖਾਂ ਦੇ ਦਾਤੇ ਨੂੰ ਸਮਝੀਏ। ਇਹ ਬਹੁਤ ਕੁਝ ਹੈ। ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵੀ ਇਹਨੂੰ ਅਗਲੇਰੀਆਂ ਬੇਨਤੀਆਂ ਆਪਾਂ ਕੱਲ੍ਹ ਦੇ ਦੀਵਾਨ ਵਿੱਚ, ਕੱਲ੍ਹ ਦੀ ਹਾਜ਼ਰੀ ਹੋਰ ਹੈ। ਅਦਬ ਸਤਿਕਾਰ ਨਾਲ ਸਾਰੇ ਸਮੇਂ ਸਿਰ ਹਾਜ਼ਰ ਹੋਇਓ। ਸਮੇਂ ਸਿਰ ਵਿਚਾਰ ਆਰੰਭ ਕਰਾਂਗੇ, ਸਮੇਂ ਸਿਰ ਆਪਾਂ ਸਮਾਪਤੀ ਕਰਾਂਗੇ। ਕੱਲ੍ਹ ਦੇ ਦੀਵਾਨ ਵਿੱਚ ਅਗਲੇਰੀਆਂ ਬੇਨਤੀਆਂ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਇਸੇ ਤਰ੍ਹਾਂ ਰਲ ਮਿਲ ਕੇ ਜੁੜ ਕੇ ਬੈਠਾਂਗੇ। ਆਪ ਸਾਰਿਆਂ ਦਾ ਧੰਨਵਾਦ ਹੈ। ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਹੈ। ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਯੋਗ ਪ੍ਰਬੰਧ ਕੀਤਾ। ਸੱਚੀ ਮੁੱਚੀ ਯੋਗ ਪ੍ਰਬੰਧ ਹੈ। ਜੇ ਇਸ ਤਰ੍ਹਾਂ ਦੇ ਗੁਰਮਤਿ ਸਮਾਗਮ ਪਿੰਡੋ ਪਿੰਡੀ ਥੋੜ੍ਹੇ ਜਿਹੇ ਆਪਣੇ ਪਿੰਡ ਦੇ ਲੋਕ ਬੈਠ ਕੇ ਆਰਾਮ ਨਾਲ ਸੁਣਨ ਸਮਝਣ ਤੇ ਹੌਲੀ ਹੌਲੀ ਪੰਜਾਬ ਦੀ ਤਸਵੀਰ ਬਦਲ ਸਕਦੀ ਹੈ। ਨਹੀਂ ਤੇ ਸਾਡੀ ਭੱਜ ਨੱਠ ਜ਼ਿਆਦਾ ਹੁੰਦੀ ਹੈ, ਜ਼ੋਰ ਸਾਡਾ ਜ਼ਿਆਦਾ ਲੱਗਦਾ ਹੈ ਤੇ ਗੱਲ ਸਮਝ ਸਾਨੂੰ ਘੱਟ ਆਉਂਦੀ ਹੈ। ਕਿਉਂਕਿ ਸਾਡੀ ਭੀੜ ਭੜੱਕੇ ਵਿੱਚ ਪ੍ਰਬੰਧਕਾਂ ਦਾ ਸੰਗਤ ਸਾਂਭਣ ਤੇ ਪ੍ਰਸ਼ਾਦਾ ਨਾ ਮੁੱਕ ਜਾਏ, ਖੀਰ ਨਾ ਮੁੱਕ ਜਾਏ, ਲੰਗਰ ਨਾ ਮੁੱਕ ਜਾਏ, ਉੱਧਰ ਜ਼ਿਆਦਾ ਧਿਆਨ ਹੁੰਦਾ ਹੈ।
ਤੇ ਉਹ ਆਪ ਵੀ ਵਿਚਾਰੇ ਕਈ ਵਾਰ ਦੁਕਾਨ ਵਿੱਚ ਬਹਿ ਕੇ ਗੁਰੂ ਦੀ ਗੱਲ ਸੁਣ ਹੀ ਨਹੀਂ ਸਕਦੇ, ਸਾਰੀ ਟੈਨਸ਼ਨ ਬਣੀ ਰਹਿੰਦੀ ਹੈ। ਗੁਰੂ ਮਿਹਰ ਕਰੇ ਅਸੀਂ ਯੋਗ ਪ੍ਰਬੰਧ ਕਰਕੇ ਯੋਗ ਸੁਨੇਹਾ ਗੁਰੂ ਨਾਨਕ ਸਾਹਿਬ ਜੀ ਦਾ ਸੰਗਤ ਤੱਕ ਪਹੁੰਚਾ ਸਕੀਏ। ਇਹਦੇ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇੱਕ ਦੂਜੇ ਦਾ ਸਹਿਯੋਗ ਕਰਨਾ ਚਾਹੀਦਾ। ਸਭਨਾਂ ਦਾ ਧੰਨਵਾਦ, ਸ਼ੁਕਰਾਨਾ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਭੁੱਲਾਂ ਮੇਰੀਆਂ ਸਮਝ ਕੇ ਮਾਫ ਕਰ ਦੇਣੀਆਂ, ਸ਼ਬਦ ਗੁਰਦੇਵ ਪਿਤਾ ਜੀ ਦੇ ਸਮਝ ਕੇ ਹਿਰਦੇ 'ਚ ਵਸਾ ਲੈਣੇ। ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।